ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਕਾਂਗਰਸ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਹੋਈ ਹੈ ਔਰ 23 ਉਮੀਦਵਾਰਾਂ ਦੇ ਨਾਮ ਐਲਾਨੇ ਗਏ ਨੇ, ਜਿਸ ਦੇ ਵਿੱਚ ਸੁਨਾਮ ਤੋਂ ਜਸਵਿੰਦਰ ਧੀਮਾਨ ਨੂੰ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਔਰ ਦਮਨ ਬਾਜਵਾ ਦੀ ਟਿਕਟ ਕੱਟੀ ਗਈ ਹੈ। ਇਸ ਵੇਲੇ ਅਸੀਂ ਸੁਨਾਮ ਦੇ ਵਿੱਚ ਦਮਨ ਬਾਜਵਾ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ, ਜਿੱਥੇ ਸਮਰਥਕ ਪਹੁੰਚੇ ਹੋਏ ਨੇ। ਅੱਖਾਂ ਦੇ ਉਹਨਾਂ ਦੇ ਵਿੱਚ ਹੰਝੂ ਵੀ ਨਜ਼ਰ ਆ ਰਹੇ ਨੇ। ਹਰਮਨ ਬਾਜਵਾ ਇਸ ਵੇਲੇ ਆਪਣੇ ਸਮਰਥਕਾਂ ਨੂੰ ਸੰਬੋਧਨ ਵੀ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਜੋ ਫੈਸਲਾ ਤੁਹਾਡਾ ਹੋਊਗਾ ਉਹ ਸਿਰ ਮੱਥੇ ਹੋਊਗਾ। ਤਾਂ ਲੋਕਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ। ਤਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਪ੍ਰਧਾਨ ਸਾਡਾ ਐਨਐਸਏ ਦਾ ਸੰਦੀਪ ਜੀ, ਸਾਡਾ ਬਲਾਕ ਦਾ ਯੂਥ ਕਾਂਗਰਸ ਦਾ ਪ੍ਰਧਾਨ ਮੇਰਾ ਛੋਟਾ ਭਰਾ ਬੱਬੂ ਜਿਹਨੇ 20 ਸਾਲ ਜ਼ਿੰਦਗੀ ਦੇ ਮੈਨੂੰ ਦਿੱਤੇ, ਸਾਡਾ ਚੇਅਰਮੈਨ ਬਲਾਕ ਸਮਿਤੀ ਸੰਗਰੂਰ ਕੰਦਾ ਜੀ ਮੇਰਾ ਛੋਟਾ ਭਰਾ ਤੇ ਯੂਥ ਕਾਂਗਰਸ ਦਾ ਸਾਡਾ ਸਾਥੀ, ਚੇਅਰਮੈਨ ਬਲਾਕ ਸਮਿਤੀ ਸੁਨਾਮ ਮੇਰਾ ਸਿੰਘ ਜੀ ਮੇਰਾ ਭਰਾ। ਉਸ ਤੋਂ ਬਾਅਦ ਸਾਡੇ ਵਾਈਸ ਚੇਅਰਮੈਨ ਲੌਂਗੋਵਾਲ ਤੋਂ ਚੀਮਿਆਂ ਦੇ ਵਾਈਸ ਚੇਅਰਮੈਨ ਬਬਲੀ ਜੀ, ਅਸ਼ੋਕ ਬਬਲੀ ਜੀ, ਮੇਰਾ ਆੜਤੀ ਐਸੋਸੀਏਸ਼ਨ ਦਾ ਪ੍ਰਧਾਨ ਮੇਰਾ ਭਰਾ ਸੁਨਾਮ ਦਾ ਕਾਲਾ ਜੀ, ਕੀਰਤੀ ਜੀ ਸਾਬਕਾ ਪ੍ਰਧਾਨ ਬਬਲੀ ਜੀ, ਪੰਜਾਬ ਦੇ ਕਹਿੰਦੇ ਕਹਾਉਂਦੇ ਲੀਡਰ ਮੇਰੇ ਵੱਡੇ ਭਰਾ ਮੇਰੇ ਪਿਤਾ ਦੇ ਦੋਸਤ। ਇਹ ਕਹਿੰਦੇ ਸੀ ਬੰਦੇ ਛੱਡ ਕੇ ਜਾਣਗੇ ਜਿਨ੍ਹਾਂ ਨੇ ਇੰਨੇ ਸਾਲ ਉਹਨੀਆਂ ਪਾਰਟੀਆਂ ਚਲਾਏ, ਆਪਣੀ ਧੀ ਨੂੰ ਕੰਮ ਕਰਦੇ ਦੇਖਿਆ। ਸਾਥ ਮੇਰੇ ਵੱਡੇ ਭਰਾ ਤਰਸੇਮ ਕਲਾਰ ਜੀ। ਉਸ ਤੋਂ ਬਾਅਦ ਸਾਡੇ ਸੁਨਾਮ ਦੇ ਸਾਰੇ ਐਮਸੀ ਸਾਹਿਬਾਨ ਬਾਹਾਗਰੀਆਂ ਕਰਦੇ ਵੀਰੇ ਸਾਰੇ ਜਾਣੇ, ਗੁਰਤੇਜ ਜੀ, ਵਿੱਕੀ ਜੀ, ਚਮਕੌਰ ਜੀ, ਹਰਪਾਲ ਜੀ, ਰਾਜੂ ਜੀ, ਪੱਪੀ ਜੀ, ਮੱਖਣ ਜੀ, ਰਾਜੂ ਜੀ, ਮੇਰੀ ਭੈਣ ਲਾਲੀ ਜੀ। ਮੇਰੀ ਇਹ ਭੈਣ ਤੋਂ ਨਹੀਂ ਹਟਦੀ, ਪਰ ਐ ਨਹੀਂ ਕਰਨਾ ਆਪਾਂ ਇਹਦੇ ਨਾਲ। ਤੇਰੇ ਨਾਲ ਹੀ ਤਾਂ ਹੌਸਲਾ, ਤੂੰ ਤਾਂ ਨਾਟ ਗਿਆ ਨਾ ਮੇਰਾ, ਫਿਕਰ ਨਾ ਕਰ, ਤੇਰੇ ਨਾਲ ਤਾਂ ਬਹੁਤ ਹੌਸਲਾ। ਇਹ ਮੇਰੀ ਭੈਣ ਸਰਪੰਚ ਯੂਨੀਅਨ ਦੀ ਪ੍ਰਧਾਨ। ਇੱਕ ਵਾਰ ਸਾਡੇ ਐਮਸੀ ਸਾਹਿਬ ਲੋਂਗਾਂ ਵਾਲੇ ਸਾਰੇ ਬਾਹਰ ਗਲੀਆਂ ਕਰਦੇ ਹੋਏ ਡਾਕਟਰ ਜੀ, ਸੁਖਪਾਲ ਜੀ, ਬਲਜੀਤ ਬੈਠਾ ਜੀ ਪਿੱਛੇ ਸੁਨਾਮ ਤੋਂ ਐਮਸੀ ਸਾਹਿਬ। ਆ ਮੇਰੀ ਭੈਣ, ਆ ਦੇਖੋ, ਇਹ ਕਹਿੰਦੇ ਸੀ ਬੰਦੇ ਜਹਾਜ਼ ਤੋਂ ਛਾਲ ਮਾਰਦੇ ਹੁੰਦੇ ਆ, ਇਸ ਲਈ ਜਹਾਜ਼ ਆਪਣਾ ਪੂਰਾ ਚੱਲ ਰਿਹਾ। ਅੱਜ ਪਹਿਲੀ ਵਾਰ ਆਫੀਸ਼ੀਅਲ ਨਾਲੇ ਮਦਦ ਵੀ ਕੀਤੀ, ਫਿਰ ਓਪਨਲੀ ਕਹਿਣਾ ਸ਼ਾਇਦ ਪਛਤਾਵਾ ਵੀ ਰਹੂ ਸਾਰੀ ਉਮਰ, ਪਰ ਮੇਰੀ ਭੈਣ ਨਾਲ ਖੜੀ ਹੈ ਆਪਣੀ ਛੋਟੀ ਭੈਣ ਦੇ ਆਸ਼ਾ ਜੀ। ਉਸ ਤੋਂ ਬਾਅਦ ਸਾਰਿਆਂ ਨਾਲੋਂ ਅੰਕਲ ਹੱਸਦੇ ਹੁੰਦੇ, ਕਹਿੰਦਾ ਮੈਨੂੰ ਪਿਓ ਕਹਿ ਕੇ ਹਾਰ ਦਿਆ ਕਰੀ, ਸਹੀ ਕੁਛ ਨਾ ਅੰਕਲ, ਸੱਚ ਵਿੱਚ ਤੁਹਾਡੇ ਪੁੱਤ ਨੂੰ ਤੁਹਾਡੇ ਲਈ ਰੋਣਾ ਨਿਕਲ ਜਾਣਾ, ਮੈਂ ਰਹੇਗਾ ਤੁਹਾਨੂੰ ਦੇਣੋ। कोई नहीं, अगली बार सही है, एडी केड़ी गल है, इत्ती आपां जे ਕੋਈ ਗੱਲ ਨਹੀਂ, ਜੇ ਬਾਬੇ ਨੇ ਕਿਰਪਾ ਕੀਤੀ ਤੁਹਾਡਾ ਲਾਂਭਾ ਜ਼ਰੂਰ ਲਾਉਣਾ। ਉਹਦਾ ਆਪਣੇ ਭਾਈ ਨੇ ਜਿਹੜੇ ਹੰਸ ਦੇ ਲੋਕ ਵਾਲੇ ਐਮਸੀ ਉਧਰ ਬੈਠੇ ਸੀ, ਹੋਰ ਬਾਬੂਤੀ ਵੀ ਆਇਆ ਲੌਂਗੋਵਾਲ ਵਾਲੇ ਕੋਈ ਗੱਲ ਨਹੀਂ। ਕਈ ਵਾਰ ਸ਼ੁਕਰਪਾਲ ਬੈਠਾ, ਕੂਕਾ ਮੇਰਾ ਭਰਾ ਆਜ਼ਾਦ ਲੜਿਆ, ਇਹਦੀ ਮਦਦ ਵੀ ਨਹੀਂ ਕੀਤੀ। ਵਿੱਕੀ ਮੇਰਾ ਬੱਬਰ ਸ਼ੇਰ ਹੈ। ਵਿੱਕੀ ਅੱਜ ਵੀ ਕਹਿੰਦਾ ਵਿਜੇ ਉਰੇ ਖੜਾ। ਤੁਸੀਂ ਸੋਚਦੇ ਹੁੰਦੇ ਸੀ ਮੈਂ ਝੂਠੇ ਬੰਦਿਆਂ ਚੋਂ ਨਹੀਂ, ਜਿਹੜਾ ਵਾਅਦਾ ਕੀਤਾ ਪੂਰਾ ਕਰਕੇ ਰਹੂ ਜੱਟ। ਕਦੇ ਅੱਜ ਤੱਕ ਕਿਸੇ ਨੂੰ ਝੂਠ ਨਹੀਂ ਬੋਲਿਆ, ਪਰ ਸਾਰਿਆਂ ਨਾਲੋਂ ਵੱਧ ਜੇ ਰੋਇਆ ਮੇਰਾ ਭਰਾ ਵਿਜੇ। ਤੈਨੂੰ ਕਹਿਣਾ ਤੂੰ ਭਾਵਕ ਬੰਦਾ ਮੇਰੇ ਵਰਗਾ, ਪਰ ਆਪਾਂ ਲੜਾਈ ਸ਼ੁਰੂ ਹੋਈ ਹੈ, ਬਹੁਤ ਜ਼ਿੰਦਗੀ ਚ ਆਪਾਂ ਲੜਾਈਆਂ ਲੜਦੇ। सोनी एक सोनी सोनी ने मैं चुप कराउंदी सी रोज। ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਸੋਨੀ ਤਾਂ तू तकड़ा है। ਭੂਸ਼ਣ ਜੀ ਬੈਠੇ ਆ, ਵੀਰ ਜੀ ਗੁਰਦੀਪ ਜੀ ਬੈਠੇ ਆ। ਬਾਈ ਤੁਸੀਂ ਕੱਲੇ ਕੱਲੇ ਮੇਰੇ ਸ਼ਹਿਰ ਵਾਲੇ ਜਿੰਨੇ ਚੱਲ ਕੇ ਆਏ ਹੋ ਯਾਰ, ਮੈਂ ਤਾਂ ਸ਼ਾਇਦ ਪ੍ਰਧਾਨ ਜੀ ਅਸ਼ਵਨੀ ਜੀ, ਮੈਂ ਤਾਂ ਤੁਹਾਡੇ ਲਈ ਸ਼ਾਇਦ ਇੰਨਾ ਕੁਝ ਕੀਤਾ ਨਹੀਂ ਜਿੰਨੇ ਬੰਦੇ ਤੁਸੀਂ ਆ ਗਏ ਹੋ। ਨਾ ਹੀ ਮੈਨੂੰ ਲੱਗਦਾ ਮੈਂ ਇਹਨਾਂ ਨੂੰ ਮੈਸੇਜ ਲਾਇਆ ਸੀ। ਇੱਕ ਵਾਰੀ ਕੈਫੀ ਮੇਰਾ ਭਰਾ ਜਿਹਨੂੰ ਬਹੁਤ ਦੁਨੀਆ ਤੇ ਘਣਸ਼ਾਮ ਰੇ ਹੈ ਨਹੀਂਗਾ, ਮੈਂ ਉਹਦੇ ਲਈ ਗੱਲ ਕਹਿਣੀ ਚਾਹੁੰਦਾ। ਬਹੁਤ ਦੁਨੀਆ ਨੇ ਕਹਿਣਾ ਘਣਸ਼ਾਮ ਮੈਂ ਕਰੂਗਾ, ਘਣਸ਼ਾਮ ਤਾਂ ਮੈਨੂੰ ਜੇ ਸਾਰਿਆਂ ਨਾਲੋਂ ਵੱਧ ਹੌਸਲਾ ਦਿੱਤਾ। ਉਹ ਕਹਿੰਦਾ ਬਾਈ ਜੀ ਚਾਹੇ ਜਿਹਨੂੰ ਕਹਿੰਦੇ ਲਾਲ ਝੰਡੇ ਵਾਲੇ ਚ ਚੱਲ ਜਾ, ਤੇਰੇ ਮਗਰ ਹੀ ਆ ਘਣਸ਼ਾਮ। ਉਹਨਾਂ ਦਾ ਬਹੁਤ ਧੰਨਵਾਦ ਹੈ। ਕੈਫੀ ਮੇਰਾ ਭਰਾ ਵੱਡਾ, ਮੈਂ ਵੀਰ ਜੀ ਨੂੰ ਰੋਜ਼ ਕਹਿੰਦਾ ਸੀ ਵੀਰ ਜੀ ਜੁਆਇਨ ਕਰਾਓ, ਪਰ ਬਾਕੀ ਤੁਸੀਂ ਘੈਂਟ ਬੰਦਾ ਮੇਰੇ
ਨਾਲ ਆਇਆ ਭਰਾ ਹੈ, ਇਹਦਾ ਬਹੁਤ ਧੰਨਵਾਦ। ਬੱਬੂ ਨੂੰ ਤਾਂ ਮੈਂ ਹੁਣ ਮਤਲਬ ਮੈਂ ਇੱਕ ਭੱਠਲ ਜੀ ਨੂੰ ਮੈਂ ਕਿਹਦਾ ਨਾਂ ਲਵਾਂ, ਸਾਰੇ ਸਰਪੰਚ ਸਾਹਿਬਾਨ ਕਿਸੇ ਨੇ ਵੀਰ ਬਣ ਕੇ, ਕਿਉਂਕਿ ਮੇਰਾ ਹੌਸਲਾ ਤੁਹਾਡੇ ਨਾਲ ਆ। ਬੱਬੂ ਸ਼ਾਹਪੁਰ ਜੀ, ਮਣੀ ਕਿੱਧਰ ਗਿਆ? ਮਣੀ ਜੀ ਮੇਰਾ ਵੀਰ, ਕਿਸੇ ਨੇ ਅੱਖਾਂ ਨਹੀਂ ਭਰਨੀਆਂ। ਚਮਕੀਲਾ ਜੀ, MC ਸਾਹਿਬ, ਹਾਂਜੀ ਮੈਂ ਲੌਂਗੋਵਾਲ ਵਾਲੇ ਸਾਰੇ MC। ਹੁਣ ਸਰਪੰਚ ਸਾਹਿਬਾਨ ਜਿੰਦੇ ਤੁਸੀਂ ਬੈਠੇ ਹੋ, ਭਰਾ ਬਣ ਕੇ ਇੱਕ ਵਾਰ ਬਾਹਾਂ ਖੜੀਆਂ ਕਰਕੇ ਯਕੀਨ ਦਿਵਾਉਣਾ ਵੀ ਤੇ ਪਤਾ ਵੀ ਲੱਗ ਜਾਏ ਸਾਰਿਆਂ ਨੂੰ ਕੌਣ ਕੌਣ ਆਏ ਹੋਏ ਯਾਰ। ਸਾਰੇ ਹੋਣੇ ਮੇਰਾ ਭਰਾ, ਸਾਰੀ ਸਰਪੰਚ ਸਾਰੀ ਇੱਕ ਵਾਰ ਤਾਂ ਯਕੀਨ ਤਾਂ ਸਾਰਿਆਂ ਨੂੰ ਲੱਗਾ। ਮੈਂ ਤਾਂ ਲੜਾਈ ਤੁਹਾਡੇ ਸਿਰ ਤੇ ਲੜਨੀ ਹੈ। ਹੈਪੀ ਮੰਡੇਰ ਕਲਾਂ ਜੀ, ਤੁਹਾਡਾ ਬਹੁਤ ਧੰਨਵਾਦ ਹੈ। ਕਾਕੇ ਭਰਾ ਮੇਰੇ, ਤੇਰੇ ਪਿੰਡ 'ਚ ਇੰਨਾ ਕੰਮ ਕੀਤਾ, ਅੱਜ ਵੀ ਓਨਾ ਹੀ ਮਾਣ ਹੈ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸੱਚੇ ਪਾਤਸ਼ਾਹ ਨੇ ਦਾਮਨ ਨੂੰ ਟੀਮ ਵੀ ਬਹੁਤ ਵਧੀਆ ਦਿੱਤੀ ਸੀ। ਸਨਾਮ 'ਚ ਕੰਮ ਤਾਂ ਹੋਏ ਜੇ ਦਾਮਨ ਤੇ ਮੈਂ ਤੁਰੇ ਫਿਰਦੇ ਸੀ, ਤੇ ਪਿੰਡਾਂ 'ਚ ਤੇ ਵਾਰਡਾਂ 'ਚ ਕੰਮ ਤਾਂ ਹੋਏ ਕਿਉਂਕਿ ਤੁਸੀਂ ਤੁਰੇ ਫਿਰਦੇ ਸੀ। ਜੇ ਤੁਸੀਂ ਸੌ ਜਾਂਦੇ ਫਿਰ ਹੋਣਾ ਕੀ ਹੈ? ਤੁਸੀਂ ਮੈਨੂੰ ਦੱਸੋ, ਇੱਕ ਵਾਰ ਆਪਣੇ ਲਈ ਵੀ ਤਾੜੀ ਮਾਰ ਲਿਓ। ਆਪਾਂ ਅੱਜ ਗੱਡੀ ਆ ਕੇ ਬੈਠੇ ਮੇਰੇ ਭਰਾ, ਅੱਖਾਂ ਨਹੀਂ ਭਰਦੀਆਂ। ਗੁਰਪ੍ਰੀਤ ਜੀ ਜਮਾਈ, ਮੇਰਾ ਵੀਰ ਬਲਜੀਤ ਜੀ, ਸੁਰੇਸ਼, ਤੁਹਾਡਾ ਸਾਰਿਆਂ ਦਾ, ਸਾਰੇ ਸਰਪੰਚ ਸਾਹਿਬਾਨਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਮੇਰੇ ਨੇੜੇ ਵਾਲਿਆਂ ਦਾ ਤਾਂ ਖਾਸ ਕਰਕੇ ਬਹੁਤ ਧੰਨਵਾਦ ਹੈ। ਆਪਾਂ ਤਾਂ ਚੱਲ 24 ਘੰਟੇ ਇਕੱਠੇ, ਪਰ ਨੇੜੇ ਵਾਲੇ ਕੀ, ਆਪਾਂ ਤਾਂ ਸਾਰਿਆਂ ਨਾਲ ਹੀ 24 ਘੰਟੇ ਇਕੱਠੇ ਵਾਲਾ ਕੰਮ ਸੀਗਾ ਤੇ ਰਹੂਗਾ। ਤੁਹਾਨੂੰ ਇਹੀ ਯਕੀਨ ਦਿਵਾਉਣਾ ਚਾਹੁੰਦਾ। ਇੰਨੇ ਮੈਂ ਬਹੁਤ ਸਿਆਸਤ ਦੇਖੀ ਹੈ ਵੀਰੇ ਸਿੰਘ ਜੀ, ਬਹੁਤ ਸਿਆਸਤ ਦੇਖੀ ਹੈ, ਪਰ ਮੈਂ ਯਕੀਨ ਮੰਨੋ ਕੋਈ ਜਿਹਨੂੰ ਕਹਿੰਦਾ ਮਤਲਬ ਪੰਪ ਨਹੀਂ ਮਾਰਿਆ। ਮੈਂ ਇੰਨੇ ਬੰਦੇ ਇਹੋ ਜਿਹੇ ਫੈਸਲੇ ਤੋਂ ਬਾਅਦ ਵੀ ਕਿਸੇ ਨਾਲ ਨਹੀਂ ਦੇਖਿਆ ਅੱਜ ਤੱਕ। ਸੁੱਖੇ ਨਿਰਭੈ ਵੀਰੇ, ਬਹਾਦਰ ਜੀ, ਦਰਸ਼ਨ, ਥੈਂਕ ਯੂ। ਤੁਸੀਂ ਸਾਰੇ ਮੇਰੇ ਭਰਾ ਜਿਹੜੇ ਚੱਲ ਕੇ ਆਏ ਹੋ ਨਾ, ਤੁਸੀਂ ਅੱਜ ਜਿਹੜਾ ਰਹਿੰਦਾ ਸੀ, ਮੈਂ ਤਾਂ ਪਹਿਲਾਂ ਹੀ ਤੁਸੀਂ ਮੁੱਲ ਲਿਆ ਹੋਇਆ ਸੀ, ਅੱਜ ਜਿਹੜਾ ਰਹਿੰਦਾ ਸੀ ਤੁਸੀਂ ਅੱਜ ਉਹ ਵੀ ਮੁੱਲ ਲੈ ਲਿਆ ਆਪਣੇ ਭਰਾ ਦਾ। ਵੀਰ ਬਣ ਕੇ ਹੌਸਲਾ ਨਹੀਂ ਗੇਰਨਾ। ਤੇ ਹੁਣ ਮੈਂ ਗੱਲਾਂ ਤੁਹਾਡੀਆਂ ਸੁਣਨੀਆਂ। ਚੇਤਵੰਤ ਤਾਂ ਪੱਕਾ ਭਰਾ ਹੈ ਮੇਰਾ, ਸਾਨੂੰ ਪਹਿਲਿਆਂ ਚੋਂ ਬਹੁਤ ਜਾਣੇ, ਆਪਾਂ ਬਹੁਤ ਕੰਮ ਕੀਤਾ। ਬਸ ਇਹ ਹੈ ਕਿ ਇਹਦੀ ਸਜ਼ਾ, ਇਸ ਚੀਜ਼ ਦੀ ਸਜ਼ਾ ਜਿਹੜੇ ਬੰਦੇ ਤੁਹਾਡੇ ਨਾਲ ਪਿੰਡਾਂ 'ਚ ਲੱਗੇ ਹੋਏ ਆ, ਸਰਪੰਚਾਂ ਨਾਲ ਤੇ ਆਮ ਬੰਦੇ ਆ, ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ। ਇਹ ਕੰਮ ਆਪਣੇ ਨਿਰੰਤਰ ਜਾਰੀ ਰਹਿਣੇ ਚਾਹੀਦੇ ਆ। ਤੁਹਾਡੇ ਨਾਲ ਇੱਕ ਵਾਅਦਾ ਪੱਕਾ ਹੈ 100%, ਤੁਹਾਡੀ ਰੁਪਈਏ ਦੀ ਗ੍ਰਾਂਟ ਨਹੀਂ ਰੁਕਣ ਦਿੰਦਾ। ਕੋਈ ਜੁਗਾੜ ਲਾਵਾ, ਤੁਹਾਨੂੰ ਪਤਾ ਜੇ 10 ਇੱਕ ਅੱਧੀ ਕਮੀ ਹੈ ਤਾਂ 10 ਤੁਹਾਡੇ ਭਰਾ 'ਚ ਜਗਾੜੀ ਮੈਂ ਇੰਨਾ ਕੁ ਹੈਗਾ, ਤੁਹਾਡਾ ਰੁਪਈਆ ਨਾ ਮੈਂ ਰੁਕਣ ਦੇਣਾ। ਕੁਲਜੀਤ ਕਿੱਥੇ ਹੈ? ਆ ਜਾ ਮੇਰਾ ਭਰਾ, ਇਹ ਉਹਨਾਂ ਸਰਪੰਚਾਂ ਚੋਂ ਹੈ। ਅੱਜ ਤਾਂ ਮੈਂ ਜਮਾ ਹੀ ਨਹੀਂ ਨਾ ਰੁਕਣਾ, ਸ਼ਾਇਦ ਜੀ ਦੀ ਮਦਦ ਵੀ ਨਹੀਂ ਕੀਤੀ ਯਾਰ, ਤੇ ਅਫਸੋਸ ਰਹੂ ਸਾਰੀ ਉਮਰ ਵੀਰੇ। ਬਸ ਇਹਦਾ ਹੀ ਆਪਾਂ ਤਾਂ ਇਹਦਾ ਹੀ ਖੱਟਾ ਖਾਂਦੇ ਆ ਜਾ ਮੇਰਾ ਭਰਾ ਮੂਰੇ ਆ ਜਾ। ਸਾਰੇ ਸਰਪੰਚ ਸਾਹਿਬਾਨ, ਔਬਾ ਵਾਲੇ ਅੰਕਲ ਬੈਠੇ ਆ, ਕ੍ਰਿਸ਼ਨ ਅੰਕਲ, ਰਾਤ ਨੂੰ, ਪਰ ਇਹ ਕੰਮ ਤਾਂ ਹੋਏ, ਮੈਂਬਰ ਸਾਹਿਬ ਬੈਠੇ ਤਾਂ ਹੋਏ ਜੇ ਤੁਸੀਂ ਕਰਾਉਂਦੇ ਸੀ। ਵੀਰ ਬਣ ਕੇ ਇੱਕੋ ਹੀ ਹੈ ਮੇਰਾ। ਦਾਮਨ ਕਹਿੰਦੀ ਸੀ ਏਜੰਡਾ ਕੀ ਹੈ? ਏਜੰਡਾ ਮੇਰਾ ਤੁਹਾਨੂੰ ਸਿੰਪਲ ਦੱਸਦਾ। ਏਜੰਡਾ ਮੇਰਾ ਇਹ ਹੈ, ਮੇਰੇ ਸਾਰੇ ਅਹੁਦੇਦਾਰ ਸਾਹਿਬਾਨ, ਸਰਪੰਚ ਸਾਹਿਬਾਨ, MC ਸਾਹਿਬਾਨ, ਤੁਹਾਡੇ ਨਾਲ ਇਹ ਵਾਅਦਾ ਹੈ, ਜੋ ਫੈਸਲਾ ਪਹਿਲਾਂ ਤਾਂ ਤੁਸੀਂ ਲਓਗੇ ਉਹਦੇ ਨਾਲ ਤੁਰੂੰਗਾ। ਦੂਜਾ ਇਹ ਹੈ ਜਿਹੜਾ ਮੇਰੇ ਵੱਲੋਂ ਆ ਤੁਹਾਨੂੰ ਪ੍ਰੋਮਿਸ, ਵੀ ਆਪਾਂ 100 ਪੈਸੇ 10 ਵਾਰ ਤੋਂ ਬਾਅਦ ਤਾਕਤ 'ਚ ਹੀ ਰਵਾਂਗੇ। ਤੁਹਾਡੇ ਕੰਮ ਆਈ ਚੱਲਣਗੇ, ਮੈਨੂੰ ਕੁਝ ਕਰਨਾ ਪੈ ਜੇ। ਮੇਰੀ ਘਰ ਵਾਲੀ ਦਾ ਕਰੀਅਰ, ਇਹਦਾ ਭਵਿੱਖ ਚਾਹੇ ਜਹਾਜ਼ ਚੜ ਜਾਏ, ਚਾਹੇ ਜਮਾ ਹੀ ਕੁਝ ਨਾ ਹੋਏ, ਪਰ ਤੁਹਾਡਾ 1 ਇੰਚ ਵੀ ਨਹੀਂ ਹਿੱਲਣ ਦਿੰਦਾ। ਤੁਹਾਨੂੰ ਪਤਾ ਇਹ ਜਾਂ ਮੈਨੂੰ ਦੇਣਗੇ ਵੀ ਬਹੁਤ ਕੁਝ, ਲਾਲਚ ਵੀ ਬਹੁਤ ਦੇਣਗੇ, ਆਪਣੇ ਹੈ ਵੀ, ਬਾਕੀ ਵੀ ਸਾਰੇ।
ਪਰ ਆਪਣਾ ਤਾਂ ਸਿੰਪਲ ਇੱਕੋ ਹੀ ਏਜੰਡਾ ਹੋਊਗਾ ਸਰਪੰਚ ਸਾਹਿਬ, ਇੱਕੋ ਹੀ, ਵੀ ਮੇਰੇ ਸਰਪੰਚਾਂ ਲਈ ਤੇ ਮੇਰੇ ਐਮਸੀ ਸਾਹਿਬਾਨਾਂ ਲਈ ਤੇ ਮੇਰੇ ਜਿਹੜੇ ਅਹੁਦੇਦਾਰ ਸਾਹਿਬਾਨ ਨੇ ਇਹਨਾਂ ਲਈ ਦੱਸੋ ਕੀ ਕਰਦੇ ਹੋ। ਟੋਨੀ ਜੀ ਤੁਹਾਡਾ ਵੀ ਬਹੁਤ ਧੰਨਵਾਦ ਹੈ ਵੀਰੇ, ਸਾਰੇ ਮੇਰੇ ਭਰਾਵਾਂ ਦਾ। ਜੇ ਕਿਸੇ ਦਾ ਨਾਂ ਰਹਿ ਗਿਆ ਹੋਇਆ ਗੁੱਸਾ ਨਾ ਕਰ ਲਿਓ, ਅੱਜ ਨਾ ਕਰਿਓ, ਅੱਜ ਤਾਂ ਤੁਹਾਨੂੰ ਪਤਾ ਦਿਮਾਗ ਹੀ ਉਸ ਹਿਸਾਬ ਨਾਲ ਚੱਲ ਰਿਹਾ। ਮੈਂ ਦਾਮਨ ਜੀ ਨੂੰ ਜ਼ਰੂਰ ਕਹੂੰਗਾ 1 ਮਿੰਟ ਲਈ, ਜੇ ਕੋਈ ਹੋਰ ਵੀ ਬੋਲਣਾ ਚਾਹੁੰਦਾ ਪ੍ਰਧਾਨ। ਹਾਂਜੀ ਵੀਰ ਜੀ, ਆ ਕਰੋ ਖਤਮ। ਉੱਠ ਕੇ ਆ ਜਾ। ਇੱਕ ਨਾ ਆਹ ਕੰਮ ਨਾ ਕਰਿਆ ਕਰ, ਮਾਈਕ ਫੜ ਕੇ ਪੜਾਈ ਦੇ ਨਾਲ ਕੀ ਬੋਲਣਾ ਹੁੰਦਾ, ਉਹ ਲੈ ਜੀ ਬਣੀ ਹੁੰਦੀ ਆ, ਉਹ ਉੱਥੇ ਖਤਮ ਹੋ ਜਾਂਦੀ ਆ ਜਦੋਂ ਬੰਦਾ ਬੋਲਦਾ। ਇਹ ਮੇਰੇ ਇਕੱਲੇ ਦੀ ਨਹੀਂ, ਬਾਕੀਆਂ ਦਾ ਵੀ ਲਾਂਭਾ ਸ਼ਹਿਰ ਚ, ਜਿਹਨੇ ਵੀ ਉਹ ਮਾਈਕ ਦਾਮਨ ਦੇ ਹੱਥੋਂ ਹੀ ਫੜ ਲੈਂਦਾ, ਜਿਹੜੇ ਹੱਥੋਂ ਦੇ ਉਹਦੇ ਹੱਥੋਂ ਫੜ ਲੈਂਦਾ, ਵਿਚਾਰੇ ਛੱਡ ਦਿੰਦਾ। ਚਲੋ ਮੈਂ ਬਹੁਤਾ ਕੁਝ ਨਹੀਂ ਬੋਲਣਾ, ਮੈਂ ਤਾਂ ਇਹਨਾਂ ਕੀ ਆ ਕੇ ਜੋ ਪਹਿਲਾਂ ਕਿਹਾ ਕਿ ਮੈਂ ਵੀ ਆਪਣੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ। ਤੁਸੀਂ ਸਾਰੇ ਇਦਾਂ ਡਟ ਕੇ ਆਏ ਹੋ, ਡਟ ਕੇ ਖੜੇ ਹੋ, ਔਰ ਆਪਾਂ ਇੱਧਰ ਸਾਰੇ ਹੀ ਇਕੱਠੇ ਜੇ ਖੜੇ ਰਹੇ ਤਾਂ ਆਪਾਂ ਚਾਹੇ ਉਹ ਲੌਂਗੋਵਾਲ, ਚਾਹੇ ਸੁਨਾਮ ਆ, ਚਾਹੇ ਚੀਮਾ, ਆਪਾਂ ਰਲ ਮਿਲ ਕੇ ਸਾਰੇ ਆਪਣੇ ਸ਼ਹਿਰਾਂ ਨੂੰ ਵਧੀਆ ਬਣਾ ਸਕਾਂਗੇ। ਔਰ ਤਾਕਤ ਜਿਹੜੀ ਆ ਇਹ ਲੈਣੀ ਹੁੰਦੀ ਆ ਬੰਦਿਆਂ ਨੂੰ, ਜਿੱਦਾਂ ਇਹਨਾਂ ਨੇ ਪਹਿਲਾਂ ਲਈ ਆ। ਅੱਜ ਤੱਕ ਹਲਕਾ ਇੰਚਾਰਜ ਬਹੁਤ ਰਹੇ ਨੇ, ਅਮਨ ਜੀ ਵੀ ਰਹੇ ਨੇ, ਦੀਪਾ ਜੀ ਵੀ ਰਹੇ ਨੇ, ਢੀਂਡਸਾ ਸਾਹਿਬ ਆਪਣਾ ਮੰਤਰੀ ਰਹੇ ਨੇ ਇੱਥੇ, ਪਰ ਇੰਨੇ ਕੰਮ ਹਲਕਾ ਇੰਚਾਰਜ ਹੋਣ ਦੇ ਨਾਤੇ, ਸਿਰਫ ਹਲਕਾ ਇੰਚਾਰਜ, ਕੋਈ ਬਹੁਤੀ ਵੱਡੀ ਉਹ ਹੈ ਨਹੀਂ, ਇੰਨੇ ਕੰਮ ਕਰਨੇ ਬਹੁਤ ਔਖੇ ਆ। ਕਿਸੇ ਨੇ ਨਹੀਂ ਕਿਤੇ ਮੰਤਰੀ ਬਣ ਕੇ ਨਹੀਂ ਕਿਤੇ ਲੋਕਾਂ ਨੇ। ਹੁਣ ਮੈਨੂੰ ਇੱਥੇ ਤੁਹਾਨੂੰ ਏਦਾਂ ਦੀਆਂ ਵੀ ਗੱਲਾਂ ਆਉਣਗੀਆਂ, ਮੈਂ ਅੱਜ ਹੀ ਦੱਸ ਦਿੰਦਾ ਕਿ ਹਾਂਜੀ ਤੁਹਾਨੂੰ ਏਦਾਂ ਕਰਾਂਗੇ, ਉਦਾਂ ਕਰਾਂਗੇ, ਮਿੱਠੀਆਂ ਧਮਕੀਆਂ ਹੋਣਗੀਆਂ ਤੇਰੀਆਂ ਪ੍ਰਧਾਨੀਆਂ ਤੋਂ, ਤੇਰੀ ਸਰਪੰਚੀ ਤੋਂ, ਤੂੰ ਅੱਗੇ ਸੋਚ, ਇਹ ਤਾਂ ਹੁਣ ਕੱਟੇ ਗਏ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਕੁਛ ਵੀ ਨਹੀਂ ਹੁੰਦਾ, ਜੇ ਤੁਸੀਂ ਕਾਇਮ ਹੋ ਤਾਂ ਆਪਾਂ ਨੂੰ ਕੋਈ ਨਹੀਂ ਲਾ ਸਕਦਾ। ਉਹ ਚਾਹੇ ਪ੍ਰਧਾਨ ਹੈ, ਚਾਹੇ ਕੋਈ ਸਰਪੰਚ ਹੈ, ਤੇ ਚਾਹੇ ਕੋਈ ਆਪਣਾ ਮੈਂਬਰ ਨੇ, ਚਾਹੇ ਐਮਸੀ ਨੇ, ਕੋਈ ਕਿਸੇ ਦਾ ਕੁਝ ਨਹੀਂ ਜੇ ਆਪਾਂ ਇਕੱਠੇ ਰਹੇ ਤਾਂ। ਜੇ ਆਪਾਂ ਇਕੱਠੇ ਨਹੀਂ ਫਿਰ ਜੋ ਮਰਜ਼ੀ ਆ। ਔਰ ਮੇਰੇ ਵੱਲੋਂ ਤਾਂ ਇਹ ਆ ਵੀ 100 ਪ੍ਰਧਾਨਗੀਆਂ ਇਹੋ ਜਿਹੀਆਂ ਕੁਰਬਾਨ ਜੇ ਛੱਡਣੀ ਪੈਗੀ ਤਾਂ ਛੱਡ ਦਿਆਂਗੇ, ਕੋਈ ਚੱਕਰ ਨਹੀਂ। ਸ਼ੇਰ ਨਹੀਂ ਤੇ ਸ਼ੇਰ ਮਿਲੇ ਆਪਾਂ ਨੂੰ, ਬਿਲਕੁਲ ਕੋਈ ਪਰਵਾਹ ਨਹੀਂ ਹੈਗੀ। ਏਦਾਂ ਹੀ ਚੱਲੋ ਰਲ ਕੇ। ਧੰਨਵਾਦ ਸਾਰਿਆਂ ਦਾ। सारिਆਂ ਨੂੰ प्यार भरी सत श्री अकाल। इंसान जहां इंसानों को पत्थर की तरह ठुकराते हैं, है कितने छोटे दिल उनके जो लोग बड़े कहलाते हैं। कल का जो फैसला हाई कमान वालों आया बड़ा मंदभागा साडे लई, क्योंकि साडी भैन 6 सालों तो जो मेहनत की ਉਹਦਾ कोई जवाब नहीं साडे कोल। 40 साल तो 1980 साडे बीबी पट्ठल खड़ी हुई थी, मैं उदों तो वोटां लैण नाल फिरदा, परंतु जो कम, जो वर्कर दी बांह फड़ी, जो सानू हौसला दिता, सहयोग दिता, चाहे वह बेड़ा सी चाहे कबेड़ा सी, दामन और गग्गी ने साडा हथ जां साडी पिठ किते नहीं लगण दित्ती, हमेशा साडे नाल खड़े रहे ने। मैं भी यही वादा करदा नगर कौंसल दा सेवादार होने के नाते, कांग्रेस का शहरी प्रधान होने के नाते, मेरा वीर और भैन जिथे भी साडी ड्यूटी लाणगे मैं इन्हां नाल बिल्कुल अड़िग खड़ांगा, जिवें कहणगे उवें इन्हां दी हाज़री लाणगे। सारे समूह अहुदेदार साहबान जो भी इत्थे पहुंचे ने, जो फैसला साडी भैन दामन वल्लों होऊगा, जिस तरह का भी फैसला होऊगा उत्ते असीं फुੱਲ चढ़ावांगे। इन्हां दी कहंदा होया मैं खिमा दा जाचकां। वाहिगुरू जी का खालसा। मन तो नहीं कर रहा पूरे मंच पे बोलिए, क्योंकि बहुत भावुक हुए हैं जे, बहुत सारी रात ही रोए हैं, मतलब सारे ही रोए होंगे। सारी रात असी अपने मोबाइल ऑन रखे, मेरे दोस्तों के कमेंट आते रहे भी मैडम दमन बाजवा जिंदाबाद, बाकी दमन बाजवा जिंदाबाद। बाकी एक नारा आन लग्या, नारे का जवाब नारे च दियो जिहड़ा आपां हुण 20-25 साल जिंदा रखना है। मैडम दमन सिंह बाजवा जिंदाबाद।
भाई हरमनदेव बाजवा जिंदाबाद जिंदाबाद जिंदाबाद। दोस्तों, मैं भी कांग्रेस पार्टी नाल बहुत पुराना जुड़िया होया है। मुझे लगदा मैनू भी 20-25 साल हो गए। भावें अमन अरोड़ा जी हल्का इंचार्ज रहे, सोनिया अरोड़ा जी हल्का इंचार्ज रहे, ਜਾਂ कोई होर रहा, पर जो हल्का इंचार्ज मैडम दमन थिंद बाजवा रहे ने, सारे भली भांति इस हल्के सुनाम दे लोग जानते ने कि इन्होंने हल्के की किन्नी तनदेही नाल सेवा की है। मैनू जिहदी कोई पहचान नहीं सी, मार्केट कमेटी का सब तो छोटी उम्र का इन्होंने मैनू चेयरमैन लाया। नाल ही जो मुश्किलां सी, तुसी किसान भरा उरे बैठे हो, मजदूर भरा बैठे हो, मेरे आड़ती वीर बैठे ने, जो उरे मुश्किलां सी, चाहे किसे मर्जी धनाट परिवारां दा राज रहा, पर जो मुश्किलां सी ਉਹ मैडम दमन थिंद बाजवा ने सोल्व कीतियां। चाहे पानी दी मुश्किल सी, ਤੁਹਾਨੂੰ ਸਾਰਿਆਂ ਨੂੰ पता है कि 10-10 दिन नवी अनाज मंडी विचों पानी नहीं निकलदा सीगा। सब्जी मंडी की दिक्कत सी। सब तो वड्डी गल ਜਿਹੜੇ ਵਿਰੋਧੀ ਕਹਿੰਦੇ ਸੀ ਨਾ, ਕੋਈ ਹੋਰ ਤਾਂ ਗੱਲ ਮਿਲਦੀ ਨਹੀਂ ਸੀ ਉਹਨਾਂ ਨੂੰ ਵੀ ਸ਼ੈੱਡ ਦਾ ਕੀ ਬਣਿਆ। ਮੈਡਮ ਦਮਨ थिंद ਬਾਜਵਾ ਨੇ, ਤੁਸੀਂ ਨਵੀਂ ਮੰਡੀ ਜਾ ਕੇ ਦੇਖ ਲਓ, ਸ਼ੈੱਡ ਦਾ ਕੰਮ ਵੀ ਚਾਲੂ ਕਰਵਾ ਰੱਖਿਆ। ਪਰ ਬੜਾ ਅਫਸੋਸ ਹੈ ਵੀ ਪਾਰਟੀਆਂ ਕੰਮ ਕਰਨ ਵਾਲੇ ਬੰਦੇ ਨੂੰ ਟਿਕਟਾਂ ਨਹੀਂ ਦਿੰਦੀਆਂ। ਪਰ मैं एक अहुदेदार है, मेरी घर वाली 16 नंबर वार्ड चो MC है। मैडम तुहानू यकीन दवाना है, तुहाडे नाल खड़े हैं, कोई चेयर चूर मैंने सूडियां दित्तियां होईयां ने, चाहे भावें कदों मर्जी सानू इस्तीफा देना पै जाए, कोई दिक्कत नहीं। हुण लिखा लो, हुण दे के जाऊंगा तां भी कोई दिक्कत नहीं, तुहाडे नाल खड़े हैं। पर जेड़ा तुहाडा कोई हुक्म होगा, पार्टी नाल हो, पार्टी तो बिना हो, किवें चलना है, तुहाडे नाल है। अज तो साडा पार्टी नाल कोई राबता नहीं, तुहाडे नाल राबता तुहाडे झंडे थल्ले है। तुहाडा झंडा जिथे बुलंद उही साडा झंडा है। ये सोनू अज मैं विश्वास दवा के चलिया। दोस्तों, सोनू सारे नूं पता ही है किस हालात मैं ते मेरा परिवार गुजर रहे हैं। उस कांग्रेस पार्टी ने जो अपने परिवार नाल धक्का किया है, टिकट ना दे के, मेरे ख्याल बहुत माड़ी गल है। आपां नूं सारिआं नूं, क्योंकि सारे ही अज वो अपने दोस्त परिवार के लोग उरे आए हुए ने, जिन्हां ने 5 साल मैडम दमन थिंद बाजवा जी के बैनर विच आपां ने काम किया है। मैं भी नाल काम किया, मेरा भरा है छोटा, मेरी छोटी भैन है। जो फैसला हरमनदेव बाजवा जी के परिवार लऊगा, मैं पार्टी तो हट के, मेरी मिसेज सीनियर वाइस प्रधान है, अज कहेंगे अज ही रिजाइन है, MC तो कहेंगे MC तो रिजाइन है। मैं ते मेरा परिवार, मेरे दोस्त, मेरे मित्र, मेरे रिश्तेदार, मैडम तुसीं आजाद कागज भरोगे, तन मन धन नाल फ्रंट ते लग के तुहाडे नाल चलांगे। जो तुसीं कहोगे, जो हुक्म लाओगे, वो तुहाडे नाल आ। एक होर कहना, अगर तुहानूं सारिआं नूं ठीक लगे, मेरा एक सुझाव है दोस्तों, ਆਪਾਂ ਸਾਰੇ ਜਣੇ ਹਾਈ ਕਮਾਂਡ ਨੂੰ ਦੁਬਾਰਾ ਬੇਨਤੀ ਕਰੀਏ ਕਿ ਟਿਕਟ ਬਾਰੇ ਵਿਚਾਰ ਕਰ ਲਓ, ਨਹੀਂ ਤਾਂ ਉਰੇ ਜ਼ਬਾਨ ਜ਼ਬਤ ਹੋ ਜਾਣੀ ਹੈ ਕਾਂਗਰਸ ਦੇ ਕੈਂਡੀਡੇਟ ਦੀ। ਉਰੇ ਵੋਟਾਂ ਨਹੀਂ ਪੈਣੀਆਂ, ਵੋਟਾਂ ਪੈਣੀਆਂ ਤਾਂ ਦਮਨ ਬਾਜਵਾ ਨੂੰ ਹੀ ਪੈਣਗੀਆਂ, ਚਾਹੇ ਕਾਂਗਰਸ ਹੋਵੇ ਚਾਹੇ ਆਜ਼ਾਦ ਹੋਵੇ। ਸਾਡਾ ਵੀ ਇੰਨਾ ਤਜਰਬਾ ਹੈ, ਮੇਰੀ ਵੀ 50 ਸਾਲ ਦੀ ਉਮਰ ਹੈ, ਮੈਂ ਵੀ ਬਹੁਤ ਦੇਖਿਆ, ਬਹੁਤ ਦੁੱਖ ਸੁੱਖ ਦੇਖੇ ਨੇ, ਬਹੁਤ ਉਤਰਾ ਚੜਾ ਦੇਖੇ ਪਾਰਟੀਆਂ 'ਚ। ਜੋ ਇੱਕ MLA, ਇੱਕ ਕੈਬਨਿਟ ਮਿਨਿਸਟਰ ਕੰਮ ਨਹੀਂ ਕਰ ਸਕਦਾ ਸੀ, ਉਹ ਮੈਡਮ ਦਮਨ ਸਿੰਘ ਬਾਜਵਾ ਨੇ ਸਨਾਮ ਦੇ ਵਿੱਚ ਕਰਕੇ ਦਿਖਾਇਆ। ਇਹ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ। ਦੋਸਤੋ, ਆਪਾਂ ਨੂੰ ਹਾਈ ਕਮਾਂਡ ਕੋਲ ਸਾਰਿਆਂ ਦਾ ਜੋ ਫੈਸਲਾ ਉਹ ਮੈਂ ਨਾਲ ਆ। ਇੱਕ ਵਾਰ ਆਪਾਂ ਨੂੰ ਜਾ ਕੇ ਆਪਣੀ ਰਿਕੁਐਸਟ ਕਰਨੀ ਚਾਹੀਦੀ ਹੈ ਵੀ ਟਿਕਟ ਬਾਰੇ ਵਿਚਾਰ ਕਰੋ, ਟਿਕਟ ਮੁੜ ਕੇ ਮੈਡਮ ਦਮਨ ਸਿੰਘ ਬਾਜਵਾ ਨੂੰ ਦਿੱਤੀ ਜਾਵੇ। ਅਗਰ ਨਹੀਂ ਦਿੰਦੇ, ਜੋ ਫੈਸਲਾ ਮੈਡਮ ਦਮਨ ਸਿੰਘ ਬਾਜਵਾ ਕਰਨਗੇ, ਅਸੀਂ ਇਹਨਾਂ ਦੇ ਨਾਲ, ਇਹਨਾਂ ਨੇ ਆਜ਼ਾਦ ਇਲੈਕਸ਼ਨ ਲੜਨੀ ਹੈ, ਅਸੀਂ ਆਜ਼ਾਦ ਵਿੱਚ ਸੀਟ ਜਿੱਤਾਂਗੇ, ਅਸੀਂ ਹਾਰਦੇ ਨਹੀਂ ਹੈਗੇ। ਸਾਨੂੰ ਪਤਾ ਸਾਡੀ ਪੋਜੀਸ਼ਨ ਬਹੁਤ ਸਟਰੋਂਗ ਹੈ ਸਨਾਮ ਦੇ ਵਿੱਚ। ਅਸੀਂ ਸ਼ਹਿਰ ਦੇ ਵਿੱਚ, ਮੈਂ ਜ਼ਿਲ੍ਹਾ ਪ੍ਰਧਾਨ ਹਾਂ ਚੈਂਬਰ ਆਫ ਇੰਡਸਟਰੀ ਦਾ, ਪਹਿਲਾਂ ਮੈਨੂੰ ਪ੍ਰਧਾਨ ਬਣਾਇਆ, ਮੇਰੀ ਮਿਸਿਸ ਨੂੰ 1 ਸਾਲ ਐਕਟਿਵ ਪ੍ਰਾਈਜ਼, ਹੁਣ ਸੀਨੀਅਰ ਵਾਈਸ ਪ੍ਰਧਾਨ ਹੈ। ਟੋਨੀ ਜੀ ਪ੍ਰਧਾਨ ਬੈਠੇ ਨੇ, ਲੱਖਾਂ ਕਰੋੜਾਂ ਰੁਪਈਆ ਜੋ ਨਗਰ ਕੌਂਸਲ ਦੇ ਵਿੱਚ, ਜੋ ਮਾਰਕੀਟ ਕਮੇਟੀ ਦੇ ਵਿੱਚ ਆਇਆ, ਜੋ ਪਿੰਡਾਂ ਦੇ ਵਿੱਚ ਆਇਆ, ਮੇਰੇ ਖਿਆਲ ਦੇ ਵਿੱਚ ਮੈਂ ਨਾਮ ਨਹੀਂ ਲੈਂਦਾ, ਸੰਗਰੂਰ ਦੀ ਵੀ ਕਹਿੰਦਾ ਮਤਲਬ ਸੀਟ ਚੌਥੇ ਨੰਬਰ ਤੇ ਹੈ। ਸਨਾਮ ਦੀ ਜ਼ਿਲ੍ਹੇ ਸੰਗਰੂਰ 'ਚ 1 ਨੰਬਰ ਦੀ ਸੀਟ ਸੀਗੀ। ਜੇ ਸੀਟ ਆਊਗੀ ਕਾਂਗਰਸ ਦੀ, ਸਨਾਮ 'ਚ ਹੀ ਆਊਗੀ ਜੇ ਮੈਡਮ ਦਮਨ ਸਿੰਘ ਬਾਜਵਾ ਨੂੰ ਟਿਕਟ ਦੇਣਗੇ, ਨਹੀਂ ਤਾਂ ਅਸੀਂ ਆਜ਼ਾਦ ਲੜਾਂਗੇ। ਮੈਡਮ ਤੁਹਾਡੇ ਨਾਲ ਆ, ਮੈਂ, ਮੇਰਾ ਪੂਰਾ ਪਰਿਵਾਰ, ਅਤੇ ਮੈਂ ਜ਼ਿਆਦਾ ਸ਼ਬਦ ਨਹੀਂ ਕਹਿੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੋਸਤੋ ਮੈਂ ਕਿਸ ਸਮੇਂ ਨਿਕਲ ਰਿਹਾ। ਥੈਂਕ ਯੂ ਵੈਰੀ ਮਚ।
ਹਾਂਜੀ ਅੰਕਲ ਹਾਈ ਕਮਾਂਡ ਵਾਲੇ ਚਾਹੇ ਜਿੰਨੇ ਵੀ ਜਿਵੇਂ ਮੌਤਬਾਰ ਸੱਜਣ ਨੇ ਜਿੰਨੇ ਵੀ ਜੇ ਦਿੱਲੀ ਤੱਕ ਵੀ ਜਾਣਾ ਪਵੇ ਅੱਜ ਜਿੱਥੇ ਤੱਕ ਵੀ ਅਸੀਂ ਨਹੀਂ ਵੀਰ ਜੀ ਸਭ ਕੁਝ ਇਨਸਾਨ ਹੀ ਸਭ ਕੁਝ ਬਦਲਦਾ ਹੈ ਸਾਰਾ ਜਨਤਾ ਹੈ ਤੁਹਾਡੇ ਨਾਲ ਸਾਰੇ ਮੌਤਬਾਰ ਸੱਜਣ ਖੜੇ ਆ ਅਸੀਂ ਅੰਮ੍ਰਿਤਸਰ ਜਾਮ ਕਰ ਦੇਖਦੇ ਆ ਰਹੇ ਹਾਂ ਪਹਿਲਾਂ ਤਾਂ ਸਾਨੂੰ ਸਾਡੇ ਕਾਂਗਰਸੀਆਂ ਨਹੀਂ ਖਾ ਰਿਹਾ ਚਲੋ ਉਹਨਾਂ ਦਾ ਸਾਡੇ ਤੋਂ ਖੜਾ ਛੁੱਟਿਆ ਆ ਨਵਾਂ ਹੋ ਰਿਹਾ ਮੈਂ ਪਹਿਲਾਂ ਤਾਂ ਬਥੇਰੇ ਸਾਡੀਆਂ ਲੱਤਾਂ ਖਿੱਚੀ ਗਏ ਉਹਨਾਂ ਤੋਂ ਖੜਾ ਛੁੱਟਿਆ ਆ ਨਵਾਂ ਹੋਰ ਪੈਦਾ ਕਰਤਾ ਠੀਕ ਹੈ ਇਸ ਕਰਕੇ ਗੋਹਾ ਕੂੜਾ ਕਰੇ ਦਮਨ ਬਾਜਵਾ ਗੋਹਾ ਕੂੜਾ ਕਰੇ ਦਮਨ ਬਾਜਵਾ ਕ੍ਰੈਡਿਟ ਕੋਈ ਹੋਰ ਲੈ ਜੇ ਇਹ ਕਿਹੜੀ ਕਿਤਾਬ 'ਚ ਨਹੀਂ ਲਿਖਿਆ ਉਹਨਾਂ ਨੂੰ ਇਸ ਗੱਲ ਦਾ ਸਭ ਸਿਖਾਉਣਾ ਚਾਹੀਦਾ ਅਸੀਂ ਤੁਹਾਡੇ ਨਾਲ ਖੜਾਂਗੇ ਚਾਹੇ ਸਾਡੇ ਨਾਲ ਜੋ ਵੀ ਹੈ ਅਸੀਂ ਤੁਹਾਡੇ ਨਾਲ ਖੜਾਂਗੇ ਮੈਂ ਵਾਰਡ ਨੰਬਰ 15 ਚੋਂ ਹੈ ਚਾਹੇ ਤੁਸੀਂ ਆਜ਼ਾਦ ਲੜੋ ਜਾਂ ਜਿਸ ਤਰ੍ਹਾਂ ਵੀ ਤੁਹਾਡਾ ਹੁਕਮ ਹੋਊਗਾ ਅਸੀਂ ਨੰਗੇ ਚਿੱਟੇ ਹੋ ਕੇ ਦਿਨ ਰਾਤ ਇੱਕ ਕਰਾਂਗੇ ਕਾਂਗਰਸ ਦਾ ਜੇ ਬੂਥ ਵੀ ਲੱਗਣ ਦੇ ਦਈਏ ਤਾਂ ਇੱਥੋਂ ਮੂੰਹ ਕਾਲਾ ਕਰਕੇ ਕੱਢ ਦਿਓ ਜਿਹੜੇ ਵਾਰ ਚ ਡਿਊਟੀ ਲਾਓਗੇ ਮੇਰੀ ਬੇਨਤੀ ਹੈ ਤੁਸੀਂ ਇੱਕ ਸੁਝਾਅ ਦਿੱਤਾ ਬਹਿ ਜਾਓ ਸਾਰੇ ਜਣੇ ਇੱਕ ਤਾਂ ਮੇਰਾ ਭਰਾ ਤੁਸੀਂ ਇੱਕ ਸੁਝਾਅ ਦਿੱਤਾ ਘਨਸ਼ਾਮ ਜੀ ਨੇ ਉਹਨੂੰ ਸੈਕਿੰਡ ਕੀਤਾ ਅੰਕਲ ਨੇ ਤੁਹਾਨੂੰ ਲੱਗਦਾ ਵੈਸੇ ਮੈਨੂੰ ਤਾਂ ਨਹੀਂ ਲੱਗਦਾ ਪਰ ਕਈ ਵਾਰ ਭਾਵਨਾਵਾਂ ਹੁੰਦੀਆਂ ਨੇ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਹਾਈ ਕਮਾਂਡ ਕੋਲੇ ਦੇਖੋ ਮੈਂ ਘੇਰਨਾ ਤਾਂ ਨਹੀਂਗਾ ਤੁਹਾਨੂੰ ਪਤਾ ਹੈ ਅੱਜ ਤੱਕ ਜਿਹਦੇ ਨਾਲ ਯਾਰੀ ਰਹੀ ਹੈ ਪਿੱਠ 'ਚ ਬਹੁਤ ਨੇ ਛੁਰਾ ਮਾਰਿਆ ਪਰ ਮੈਂ ਜਿਹਦਾ ਰੋਟੀ ਖਾ ਲਈ ਹੈ ਮੈਂ ਉਹਦੇ ਨਾਲ ਦਗਾ ਨਹੀਂ ਕਮਾਇਆ ਕਦੇ ਮੈਂ ਘਰਾਓ ਤਾਂ ਨਹੀਂ ਕਦੇ ਵੀ ਰਾਹੁਲ ਗਾਂਧੀ ਦਾ ਕਰੂੰਗਾ ਜੀ ਤੁਹਾਨੂੰ ਦੱਸ ਰਿਹਾ ਨਹੀਂ ਮੈਂ ਤੁਹਾਨੂੰ ਦੱਸਦਾ ਉਹਦਾ ਕਾਰਨ ਕੀ ਹੈ ਜੇ ਅੱਜ ਦਾਮਨ ਇੰਨੇ ਜੋਗੀ ਵੀ ਹੋਈ ਸੀਗੀ ਇਹ ਪਿਛਲੀ ਵਾਰ ਵੀ ਕੱਟਤੀ ਸੀ ਉਦੋਂ ਵੀ ਸਰਜੀਤ ਧਮਾਨ ਨੂੰ ਭੇਜਦੇ ਸੀ ਉਹਨੇ ਪਿਛਲੀ ਵਾਰ ਵੀ ਕੱਟਤੀ ਸੀ ਜੇ ਟਿਕਟ ਦੇ ਕੇ ਭੇਜਿਆ ਸੀ ਤਾਂ ਰਾਹੁਲ ਗਾਂਧੀ ਨੇ ਭੇਜਿਆ ਸੀ ਇਸ ਲਈ ਗੱਗੀ ਤਾਂ ਤੁਹਾਨੂੰ ਪਤਾ ਹੈ ਜਿਹਨੇ ਇੱਕ ਵਾਰ ਕਦਮ ਮੇਰੇ ਲਈ ਚੱਕ ਲਿਆ ਮੈਂ ਤਾਂ ਉਹੀ ਨਹੀਂ ਭੁੱਲਦਾ ਕਦੇ ਸਾਰੀ ਉਮਰ ਇਸ ਲਈ ਰਾਹੁਲ ਗਾਂਧੀ ਨੂੰ ਤਾਂ ਨਹੀਂ ਭੁੱਲੂ ਮੈਨੂੰ ਪਤਾ ਕਿਹਨੇ ਕੱਟੀ ਹੈ ਭੁੱਲਦਾ ਉਹਨੂੰ ਵੀ ਨਹੀਂ ਕੋਈ ਗੱਲ ਨਹੀਂ ਤੇ ਇਸ ਕੋਈ ਗੱਲ ਨਹੀਂ ਮੇਰੇ ਨਾ ਐ ਨਹੀਂ ਬੋਲਣਾ ਆਪਾਂ ਇੱਕ ਮਿੰਟ ਮੇਰੀ ਬੇਨਤੀ ਇੱਕ ਮਿੰਟ ਮੇਰਾ ਭਰਾ ਇੱਕ ਮਿੰਟ ਲਈ ਇੱਕ ਆਪਾਂ ਸੀਰੀਅਸ ਗੱਲ ਕਰ ਰਹੇ ਆ ਜੇ ਤੁਹਾਨੂੰ ਸਾਰਿਆਂ ਨੂੰ ਲੱਗਦਾ ਉਹਦੇ ਕੋਲੇ ਵੀ ਠੋਕਰਦਾਰੀ ਰਹੂਗੀ ਹੋਰ ਕੁਝ ਨਹੀਂ ਹੈ ਇੱਕ ਮਿੰਟ ਮੇਰਾ ਭਰਾ ਮੇਰੀ ਬੇਨਤੀ ਹੈ ਚਲੋ ਜੇ ਭਾਵਨਾਵਾਂ ਨੇ ਆਪਾਂ ਕੱਲ ਨੂੰ ਸੀਐਮ ਸਾਹਿਬ ਦਾ ਟਾਈਮ ਲੈ ਲੈਂਦੇ ਆ ਦੇਖੋ ਸੀਐਮ ਨੇ ਆਪਣੇ ਪਿੱਛੇ ਲੜਾਈ ਵੀ ਲੜੀ ਆ ਆਪਾਂ ਸੀਐਮ ਦਾ ਟਾਈਮ ਲੈ ਲੈਂਦੇ ਆ ਤੇ ਇੰਚਾਰਜਾਂ ਦਾ ਟਾਈਮ ਲੈ ਲੈਂਦੇ ਆ ਇਸ ਗੱਲ ਤੇ ਸਾਰੇ ਰਾਜੇ ਵੀ ਇੱਕ ਵਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਮੇਰਾ ਭਰਾ ਜਿੰਨੇ ਆਏ ਹੋ ਚਾਹੇ ਕੋਈ ਅਹੁਦੇਦਾਰ ਹੈ ਚਾਹੇ ਨਹੀਂ ਇੱਕ ਤਾਂ ਇਹਨਾਂ ਚੋਂ ਬੰਦਾ ਨਹੀਂ ਘਟਣਾ ਚਾਹੀਦਾ ਇੱਕ ਵੀ ਕੁਝ ਵੀ ਨਹੀਂ ਆਏ ਬੰਦੇ ਦਾ ਮੈਂ ਭਰਾ ਬਣ ਕੇ ਬੇਨਤੀ ਇਹ ਹੈ ਆਪਾਂ ਕੱਲ ਨੂੰ ਕਿਉਂਕਿ ਮੈਂ ਤਾਂ ਨਹੀਂ ਸੀ ਮੈਂ ਤਾਂ ਤੁਹਾਨੂੰ ਪਤਾ ਇੰਨਾ ਕਿ ਜ਼ਰੂਰ ਮੈਨੂੰ ਮਾਣ ਹੈ ਤੁਹਾਨੂੰ ਵੀ ਮਾਣ ਹੈ ਵੀ ਮੈਂ ਮਿਹਨਤ 'ਚ ਕਦੇ ਕਮੀ ਨਹੀਂ ਛੱਡੀ ਹੋਰ ਕਮੀਆਂ ਹੋਣਗੀਆਂ ਪਰ ਮੈਨੂੰ ਪਤਾ ਹੋਏ ਅੰਕਲ ਸਤਿ ਸ਼੍ਰੀ ਅਕਾਲ ਮੈਨੂੰ ਪਤਾ ਹੋਏ ਵੀ ਮੇਰੇ ਮਿਹਨਤ ਕੀਤੇ ਤੇ ਮੈਨੂੰ ਆਸ਼ੂ ਕਿੱਥੇ ਹੈ ਉਹ ਖੜਾ ਆਸ਼ੂ ਦੇ ਮੈਂ ਭਾਸ਼ਣ ਦੇ ਆਇਆ ਗਰਮ ਜਿਹਾ ਰਾਤ ਨੂੰ ਕਹਿੰਦਾ ਮੇਰਾ ਕੰਮ ਕਰਤਾ ਤੂੰ ਪਰ ਇਹਨੂੰ ਕਿਹਾ ਸੀ ਮੈਂ ਕਿਹਾ ਜੇ ਮੇਰੇ ਤੋਂ ਗਲਤੀ ਹੋ ਗਈ ਸੁਧਾਰੂ ਵੀ ਗੱਗੀ ਸਵੇਰੇ 6 ਵਜੇ ਉੱਠ ਕੇ ਮੇਰੀ ਘਰ ਵਾਲੀ ਇਹਦੇ ਵਾਰਡ 'ਚ ਡੋਰ ਟੂ ਡੋਰ ਸੀ ਆਸ਼ੂ ਜੀ ਆਈ ਹੋਇਆ ਸੀ ਇਸ ਲਈ ਮੈਂ ਤੁਹਾਡੀ ਸਲਾਹ ਨਾਲ ਚੱਲਣ ਵਾਲਾ ਜੇ ਤੁਹਾਨੂੰ ਸਾਰਿਆਂ ਨੂੰ ਲੱਗਦਾ ਬਾਹਾਂ ਤਾਂ ਖੜੀਆਂ ਕਰਿਓ ਜੇ ਆਪਾਂ ਜਾਣਾ ਨਹੀਂ ਤਾਂ ਜੋ ਫੈਸਲਾ ਤੁਹਾਡਾ ਮੇਰੇ ਨਾਲ ਹੈ ਚਲੋ ਹੁਣ ਐ ਦੱਸੋ ਕੱਲ ਨੂੰ ਜਾਣਾ ਅੱਜ ਬਾਅਦ ਦੁਪਹਿਰ ਜਾਣਾ ਅੱਜ ਹੀ ਚਲੋ ਬੈਗ ਨਾਲ ਲੈ ਜਾਣਾ ਚੱਕ ਇੱਧਰ ਨਾਲ ਆਣਾ ਚਲੋ ਹੁਣ 2 ਮਿੰਟ ਦਾਮਨ ਜੀ ਸੰਬੋਧਨ ਕਰਨ ਲੱਗੇ ਆ ਜੇ ਕਿਸੇ 2 ਮਿੰਟ ਮੇਰੀ ਸਾਥੀਆਂ ਨੂੰ ਬੇਨਤੀ ਆ ਮੀਡੀਆ ਵਾਲਿਆਂ ਨੂੰ ਹੱਥ ਜੋੜ ਕੇ ਮਾੜਾ ਮਾੜਾ ਆਪਾਂ ਥਾਂ ਦੇ ਮਗਰਲੇ ਬੰਦਿਆਂ ਨੂੰ ਦਿਸਣੋਂ ਹਟ ਜਾਣਾ ਮੇਰੀ ਬੇਨਤੀ ਇਹ ਹੈ ਵੀ ਜੇ ਆਪਾਂ ਬਿਨਾਂ ਟਾਈਮ ਲਏ ਕਈ ਵਾਰ ਚਲੇ ਜਾਂਦੇ ਆ ਟਾਈਮ ਲੈ ਕੇ ਆਪਾਂ ਚੱਲਾਂਗੇ ਇਸ ਲਈ ਕੱਲ ਤੇ ਰੱਖਦੇ ਇਹਨੂੰ
ਨਹੀਂ ਕੱਲ ਕੋਈ ਗੱਲ ਨਹੀਂ ਭਾਜੀ, ਕੰਬੂ ਨਾਲ ਲੈ ਕੇ ਚੱਲਾਂਗੇ। ਮੈਂ ਅੱਜ ਦਾ ਵੀ ਟਾਈਮ ਲੈਣ ਦੀ ਕੋਸ਼ਿਸ਼ ਕਰਦਾ। ਉੱਥੇ ਬਹਿ ਜਾਓ। ਲੈ ਜਾਾਂਗੇ ਉੱਥੇ ਦੇਖੀ ਜਾਊਗੀ ਜੀ। ਹੋਰ ਟੈਨਸ਼ਨ ਨਾ ਲਓ। ਬੈਠੇ ਰਹਾਂਗੇ, ਟੈਂਟ ਲਾਂਗੇ। ਵੀਰੇ ਫਿਰ ਇਹ ਹੈ ਬੇਨਤੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਵੀ ਮੈਂ ਟਾਈਮ ਲੈਣ ਲੱਗਿਆ। ਅੰਕਲ ਸਾਡਾ ਅੰਕਲ ਇੱਕ ਹੰਝੂ ਨਾ ਆਏ ਹੁਣ ਅੱਖ ਤੋਂ ਭਰਾ ਮੇਰਾ ਜੇ ਪਿਓ ਹੈ ਤਾਂ ਹੰਝੂ ਨਾ ਆਏ ਤੁਹਾਡੀ ਅੱਖ ਤੋਂ। ਤੁਹਾਨੂੰ ਦੇਖ ਕੇ ਤਾਂ ਮੈਂ ਡੋਲ ਜਾਂਦਾ ਪਲੀਜ਼। ਮੇਰੀ ਐਡੂ ਵੱਡੀ ਕਮਾਈ ਹੋ। ਇੱਕ ਮਿੰਟ ਆਏ ਦੱਸੋ ਯਾਰ, ਇੰਨੇ ਮੀਡੀਆ ਵਾਲੇ ਖੜੇ ਹੋ, ਸਿਆਸਤ ਚ ਰੋਂਦਾ ਦੇਖਿਆ ਕਿਸੇ ਪਿੱਛੇ ਕੋਈ? ਦੇਖਿਆ ਕੋਈ? ਮੈਂ ਨਹੀਂ ਕਹਿੰਦਾ ਸਾਰੇ ਸਤਿਕਾਰਯੋਗ ਨੇ ਅਮਨਜੀਤ ਦੀਪਾ ਜੀ, ਇਹਨਾਂ ਦੀ ਵਾਰੀ-ਵਾਰੀ ਸਿਰ ਟਿਕਟ ਕੱਟਦੀ ਰਹੀ ਹੈ, ਰੋਇਆ ਕੋਈ? ਆ ਮੇਰੀਆਂ ਭੈਣਾਂ ਨੂੰ ਸਾਹ ਨਹੀਂ ਆ ਰਿਹਾ, ਅੱਖਾਂ ਸਜਾਈ ਬੈਠੀਆਂ ਨੇ। ਇਸ ਲਈ ਮੇਰੀ ਤੇ ਦਾਮਨ ਦੀ ਕਮਾਈ ਤਾਂ ਇਹੀ ਇੱਕ ਵੱਡੀ ਜਿੱਤ ਹੈ, ਠੀਕ ਹੈ ਨਾ ਜੀ? ਇਸ ਲਈ ਏਜੰਡਾ ਇਹ ਹੈ ਵੀਰੇ, ਜੋ ਨਿਚੋੜ ਨਿਕਲ ਕੇ ਆਇਆ ਏਜੰਡਾ ਇਹ ਹੈ ਵੀ ਸਾਰੇ ਜਣੇ ਮੰਨਣਾ ਵੀ ਆਪਾਂ ਨੂੰ ਇੱਕ ਵਾਰੀ ਲਾਸਟ ਟਾਈਮ ਕੋਈ ਫੈਸਲਾ ਲੈਣ ਤੋਂ ਪਹਿਲਾਂ, ਫੈਸਲਾ ਫੇਰ ਵੀ ਤੁਹਾਡੇ ਹੀ ਸਿਰ ਮੱਥੇ ਹੋ ਮੇਰੇ ਮਾਤਾ ਜੀ ਨੇ ਜਿਵੇਂ ਕਿਹਾ ਹਾਂਜੀ ਹਾਂਜੀ। ਤੁਹਾਡਾ ਹਰ ਤੁਹਾਨੂੰ ਪਤਾ ਮੈਂ ਤਾਂ ਵੈਸੇ ਨਹੀਂ ਕਦੇ ਮਰੇ ਹੱਟ ਵਾਲਿਆਂ ਚੋਂ ਨਾ ਮੈਂ ਦਬਾ ਤੇ ਇਹ ਵੀ ਆ ਨਾਲ ਇਹ ਵੀ ਦੱਸਦਾ ਬਾਬਾ ਸੁੱਖ ਰੱਖੇ। ਮੁਕਾਬਲਾ ਜਿਵੇਂ ਪਹਿਲਾਂ ਇਹ ਆਪਾਂ ਨੂੰ ਮੰਨਣਾ ਪਊ, ਪਹਿਲਾਂ ਵੀ ਦਾਮਨ ਤੇ ਅਮਨ ਚ ਸੀ, ਜੇ ਤੁਸੀਂ ਨਾਲ ਰਹੇ ਤਾਂ ਮੁਕਾਬਲਾ ਫੇਰ ਵੀ ਦਾਮਨ ਤੇ ਅਮਨ ਚ ਹੀ ਰਹੂਗਾ, ਠੀਕ ਹੈ ਨਾ? ਪਰ ਹਾਂ ਕਈ ਵਾਰ ਪਾਰਟੀ ਅੰਦਰ ਮੇਰੇ ਵੀ ਕੁੱਟ-ਕੁੱਟ ਕੇ ਭਰੀ ਹੈ, ਜਿਵੇਂ ਹੁਣ ਕਿਹਾ ਵੀ ਰਾਹੁਲ ਜੀ ਬਾਰੇ ਨਹੀਂ ਬੋਲਿਆ ਜਾਂਦਾ, ਕਿਉਂਕਿ ਆਪਾਂ ਉਹਨਾਂ ਚੋਂ ਤਾਂ ਹੈ ਨਹੀਂ, ਉਹਦੇ ਇਹ ਜਿਹੇ ਵੀ ਨੇ ਜਿਹੜੇ ਟਿਕਟ 11 ਵਜੇ ਕੱਟੀ 12 ਵਜੇ ਕਿਤੇ ਪਹੁੰਚ ਜਾਂਦੇ ਆ, ਠੀਕ ਹੈ? ਆਪਣੇ ਵੱਲੋਂ ਆਪਾਂ ਨੂੰ ਪਾਰਟੀ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਤੁਸੀਂ ਕਿਹਾ, ਮੈਂ ਇਹੀ ਸੀਗਾ, ਮੈਂ ਕਹਿੰਦਾ ਤੁਸੀਂ ਕੋ ਕਹਣਾ ਹੁਣ ਚੱਲ, ਮੇਰਾ ਤਾਂ ਨਹੀਂ ਸੀ ਵੈਸੇ ਕੋਈ ਵੀ ਪਲਾਨ ਜਾਣਦਾ ਜਾਂ ਨਹੀਂ, ਮੈਨੂੰ ਤਾਂ ਪਤਾ ਸੀ ਕੀ ਹੋਈ ਆ ਉੱਥੇ, ਕਿਵੇਂ ਹੋਈ ਆ, ਕੀ ਕੀਤਾ। ਭਰਾ ਭਤੀਜਾਵਾਦ, ਤੁਸੀਂ ਯੂਥ ਕਾਂਗਰਸ ਦੇ ਬੰਦੇ ਜਿਹੜੇ ਨੇ ਬੱਸਾਂ ਭਰੀਆਂ, ਕੱਲੀ ਦਾਮਨ ਥੋੜੀ, ਜਿਹੜੇ ਨੇ ਬੱਸਾਂ ਭਰੀਆਂ ਉਹ ਸਾਰੇ ਘਰੇ ਭਾਤੇ, ਜਦੋਂ ਡੰਡੇ ਖਾਣੇ ਉਦੋਂ ਯੂਥ ਕਾਂਗਰਸ, ਜਦੋਂ ਚੀਜ਼ਾਂ ਦੇਣੀਆਂ ਵੀਰੇ ਇਹ ਤਾਂ ਤੁਹਾਨੂੰ ਪਤਾ। ਇੱਕ ਮਿੰਟ, ਜਿਹੜਾ ਬੰਦਾ ਤੁਸੀਂ ਐਂ ਦੱਸੋ ਬੰਦੇ ਦੇ ਕਿਹਨੇ ਕਿਰਦਾਰ ਤੋਂ ਜਾਣਿਆ ਜਾਂਦਾ ਹੈ? ਮੈਂ ਨਾਂ ਨਹੀਂ ਲੈਣਾ, ਮੈਨੂੰ ਐਂ ਦੱਸੋ ਦਾਮਨ ਬਾਜਵਾ ਨੂੰ ਐਜ਼ ਹਲਕਾ ਇੰਚਾਰਜ ਸੇਵਾ ਮਿਲੀ 5 ਸਾਲਾਂ ਚੋਂ 5 ਦਿਨ ਵੀ ਬਾਹਰ ਗਈ ਹੈ? ਕਦੇ ਗਈ ਹੈ? ਉਹਨਾਂ ਨੂੰ ਐਮਐਲਏ ਦੀ ਸੇਵਾ ਮਿਲੀ ਅਮਰਗੜ੍ਹ, 5 ਦਿਨ ਵੀ ਕਦੇ ਅਮਰਗੜ੍ਹ ਰਿਹਾ ਕਦੇ? ਆਈ ਭਜਾਇਆ ਤੋਂ। ਬੇਨਤੀ ਇਹ ਬੰਦੇ ਤੋਂ ਉੱਥੋਂ ਹੀ, ਜੇ ਇੰਨੇ ਵਧੀਆ ਕੰਮ ਕੀਤੇ ਹੁੰਦੇ ਅਸੀਂ ਹਾਰ ਕੇ ਐਡੀ ਵੱਡੀ ਉਹਦੇ ਤੇ ਹਾਰ ਕੇ ਨਹੀਂ ਅਸੀਂ ਹਲਕਾ ਕਦੇ ਨਾ ਛੱਡਿਆ। ਅੱਜ ਟਿਕਟ ਕੱਟੇ ਜਾਣ ਤੋਂ ਬਾਅਦ ਵੀ ਕਹਿ ਰਹੇ ਹਾਂ ਜੇ ਅਸੀਂ ਦੋਨੇ ਚੰਗੇ ਹੋਏ ਸੁਨਾਮ ਤੋਂ ਸਾਡਾ ਨਾਤਾ ਕਦੇ ਨਹੀਂ ਟੁੱਟੂਗਾ, ਕਦੇ ਵੀ। ਇਸ ਲਈ ਏਜੰਡਾ ਇਹ ਹੈ, ਅਸੀਂ ਇੱਕ ਘੰਟਾ ਮੈਂ ਇਹ ਬੋਲਦੇ ਆ ਜੀ, ਮੈਂ ਉਨੀ ਦੇਰ ਬੜਾ ਪ੍ਰੈਸ ਵਾਲੇ ਬਣਾਉਣੀ ਆ। ਮੈਂ ਫੋਨ ਕਰਕੇ ਆਇਆ ਟਾਈਮ, ਇੱਕ ਸੈਕਿੰਡ ਟਾਈਮ ਲੈ ਕੇ ਕੋਸ਼ਿਸ਼ ਕਰਦੇ ਅੱਜ ਹੀ ਚੱਲੀਏ, ਨਹੀਂ ਤਾਂ ਸਵੇਰ ਦਾ ਮੈਂ ਟਾਈਮ ਫਿਕਸ ਕਰੂੰਗਾ। ਤੁਸੀਂ ਜੇ ਇਸ ਗੱਲ ਤੇ ਸਹਿਮਤ ਹੋ ਵੀ ਇੱਕ ਵਾਰ ਹਾਈ ਕਮਾਂਡ ਨੂੰ ਕਹਿਣਾ ਚਾਹੀਦਾ ਵੀ ਇੱਥੇ ਕੰਮ ਪੁੱਠਾ ਹੋ ਜਾਣਾ, ਬਾਹਾਂ ਖੜੀਆਂ ਕਰਕੇ ਯਕੀਨ ਦਿਓ ਕੋਈ ਬੰਦਾ ਰਹੇ ਨਾ ਕਰੇ। ਉਸ ਤੋਂ ਬਾਅਦ ਆਪਾਂ ਨੂੰ ਉੱਥੇ 10 ਘੰਟੇ ਵੀ ਲੱਗ ਸਕਦੇ ਆ, ਉੱਥੇ 24 ਵੀ ਲੱਗ ਸਕਦੇ ਆ, ਚਾਹੇ ਜੀ ਪੂਰਾ ਸਾਲ ਲੱਗ ਜਾਈਏ ਉੱਥੇ ਵਿੱਚ ਲਾਵੇ। ਚਲੋ ਥੈਂਕ ਯੂ। ਮੈਂ ਦਾਮਨ ਜੀ ਨੂੰ ਕਹਿਣਾ ਗੱਲ ਕਰਦਾ। ਦਮਨ ਬਾਜਵਾ ਜੀ ਦੇ ਅੱਜ ਇਸ ਪੰਡਾਲ ਦੇ ਵਿੱਚ ਪਹੁੰਚੇ ਸਾਰੇ ਇਸ ਹਲਕੇ ਦੇ ਪੰਚ, ਸਰਪੰਚ, ਨੰਬਰਦਾਰ, ਮੈਂਬਰ, ਐਮਸੀ, ਇੱਕ ਵਾਰੀ ਵਾਹਿਗੁਰੂ ਜੀ ਦਾ ਨਾਮ ਲੈ ਲਈਏ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਦੋਸਤੋ ਦੋ ਹੀ ਗੱਲਾਂ ਦੱਸਦਾ।
ਦਮਨ ਜੀ ਤੁਸੀਂ ਸੁਣੋ, ਇਹ ਪੰਡਾਲ ਪਹਿਲੀ ਵਾਰ ਨਹੀਂ ਸਜਿਆ, ਅਸੀਂ ਬਹੁਤ ਵਾਰ ਇਹ ਚੀਜ਼ਾਂ ਪਹਿਲਾਂ ਦੇਖ ਲਈਆਂ। ਕੋਈ ਵੀ ਮੇਰੀ ਬੇਨਤੀ ਹੈ, ਚੰਡੀਗੜ੍ਹ ਤਾਂ ਬਹੁਤ ਦੂਰ ਹੈ, ਇਹ ਕਿਰਪਾ ਕਰਕੇ ਆਪਾਂ 5 ਮਿੰਟ ਕੁਰਸੀਆਂ ਤੇ ਨਹੀਂ ਬਹਿ ਸਕਦੇ ਹੋ। ਬਚੱਤਰ ਜੀ ਆਪਾਂ ਗੱਲਾਂ ਛੱਡ ਕੇ ਜੇ 10 ਮਿੰਟ ਨਹੀਂ ਅੰਕਲ ਅੱਗੇ ਆ ਜਾਓ, ਮੌਕਾ ਅੰਕਲ ਆਇਓ ਬੰਨੀ ਵੀਰ ਵਰਗਾ ਕੁਰਸੀਆਂ ਅੱਗੇ ਆ ਕੇ ਬਹਿ ਜਾਓ, ਜਿਹੜਾ ਖਾਲੀ ਪਈਆਂ ਨੇ ਬਟਰਖਾਂ ਨੇ ਇੱਥੇ ਆ ਜਾਓ। ਮੇਰਾ ਭਰਾ ਬਣ ਕੇ 5 ਮਿੰਟ ਫੋਨ ਬੰਦ ਰਮੀ ਜੀ, ਉਹ ਡਾਕੂ ਜੀ ਫੋਨ ਬੰਦ ਜੀ 2 ਮਿੰਟ ਪਲੀਜ਼। ਭਰਾ ਬਣ ਕੇ 5 ਮਿੰਟ ਦੇ ਦਿਓ, ਆਪਾਂ ਦੋ ਫੈਸਲਾ ਕਰਨਾ ਲੈ ਕੇ ਉੱਠੀਏ। ਵੀਰ ਬਣ ਕੇ ਮੈਂ ਇੱਥੇ ਮੇਰੇ ਮੰਗਣ ਨਾਲ ਮੈਂ ਕੋਟੇ ਦੀ ਬੈਠੇ ਲੱਗਿਆ ਤੁਸੀਂ ਬੜਾ ਦਮਨ ਜੀ ਨੂੰ ਬੁਲਾ ਦਿਓ, ਪ੍ਰੈਸ ਵਾਲੇ ਜ਼ਰੂਰੀ ਕਹਿੰਦੇ ਜ਼ਰੂਰੀ ਬੋਲੋ ਜੀ। ਮੈਂ ਕੋਈ ਦਾਮਨ ਜੀ ਬੋਲਣ ਲੱਗਾ 2 ਮਿੰਟ ਕਿਰਪਾ ਕਰਕੇ ਗੱਲ ਸੁਣੀ ਜਾਏ। ਸਭ ਤੋਂ ਪਹਿਲਾਂ ਤਾਂ ਇੱਥੇ ਪਹੁੰਚੇ ਸਾਰੇ ਮੇਰੇ ਬਜ਼ੁਰਗ, ਮੇਰੇ ਵੀਰ, ਮੇਰੀਆਂ ਭੈਣਾਂ, ਮੇਰੇ ਨੌਜਵਾਨ ਸਾਥੀ, ਆਓ ਪਹਿਲਾਂ ਗੱਜ ਕੇ ਪੂਰੇ ਹੌਸਲੇ ਨਾਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜਿਵੇਂ ਹਰਮਨ ਜੀ ਨੇ ਕਿਹਾ, ਤੁਸੀਂ ਸਾਰੇ ਅੱਜ ਇੱਥੇ ਪਹੁੰਚੇ ਹੋ। ਕਈਆਂ ਨੂੰ ਸੁਨੇਹੇ ਲੱਗੇ, ਕਈਆਂ ਨੂੰ ਨਹੀਂ ਵੀ ਲੱਗੇ, ਕਈ ਆਪ ਮਾਰੇ ਆਏ। ਤੁਸੀਂ ਸਾਰੇ ਇੱਥੇ ਆ ਕੇ ਸਾਡੇ ਪਰਿਵਾਰ ਦਾ, ਮੇਰਾ, ਹਰਮਨ ਜੀ ਦਾ, ਸਾਡਾ ਹੌਸਲਾ ਵਧਾਇਆ, ਸਾਨੂੰ ਸਾਥ ਦਿੱਤਾ। ਮੈਂ ਜਿਵੇਂ ਪਹਿਲਾਂ ਕਹਿੰਦੀ ਆ, ਤੁਹਾਡਾ ਦੇਣਾ ਮੈਂ ਤੇ ਮੇਰਾ ਪਰਿਵਾਰ ਸਾਰੀ ਉਮਰ ਅਸੀਂ ਨਹੀਂ ਦੇ ਸਕਾਂਗੇ, ਹਮੇਸ਼ਾ ਤੁਹਾਡੇ ਰਿਣੀ ਰਵਾਂਗੇ। ਤੇ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦੱਸ ਦਿੰਦੀ ਆ, ਮੈਂ ਤੇ ਮੇਰਾ ਘਰ ਵਾਲਾ, ਅਸੀਂ ਕਿਸੇ ਦੇ ਤਰਸ ਦੇ ਆਧਾਰ ਤੇ, ਕਿਸੇ ਦੀ ਸਿਫਾਰਿਸ਼ ਨਾਲ, ਕਿਸੇ ਦਾ ਭੈਣ ਜਾਂ ਕਿਸੇ ਦੀ ਭਤੀਜੀ ਹੋਣ ਕਾਰਨ ਜਾਂ ਕਿਸੇ ਦਾ ਜਵਾਕ ਹੋਣ ਕਾਰਨ ਤੱਕ ਇੱਥੇ ਤੱਕ ਨਹੀਂ ਪਹੁੰਚੇ। ਅਸੀਂ ਇੱਥੇ ਤੱਕ ਪਹੁੰਚੇ ਆ ਸਖਤ ਮਿਹਨਤ ਔਰ ਇੱਕ ਲਗਨ ਨਾਲ ਕਿ ਅਸੀਂ ਆਪਣੇ ਇਲਾਕੇ ਵਾਸਤੇ ਜਿਹੜੇ ਲੋਕ ਸਾਡੇ ਮਗਰ ਖੜਦੇ ਉਹਨਾਂ ਲਈ ਕੁਝ ਕਰਨਾ ਹੈ। ਬਹੁਤ ਸਾਰੇ ਭਰਾਵਾਂ ਨੇ ਅੱਜ ਪੁੱਛਿਆ ਕਿ ਅੱਜ ਦਾ ਏਜੰਡਾ ਕੀ ਹੈ, ਮੀਡੀਆ ਪੁੱਛ ਰਹੀ ਹੈ। ਮੇਰਾ ਇੱਕੋ ਇੱਕ ਏਜੰਡਾ ਹੈ ਔਰ ਉਹ ਇਹੀ ਰਹੇਗਾ ਸਾਰੀ ਉਮਰ। ਸਨਾਮ ਸ਼ਹੀਦ ਉਦਮ ਸਿੰਘ ਵਾਲਾ ਮੇਰਾ ਇੱਕੋ ਇੱਕ ਏਜੰਡਾ ਹੈ ਔਰ ਇੱਥੋਂ ਦੇ ਕੰਮ ਜਿਹੜੇ ਮੈਂ ਕਰਵਾਏ ਤਾਂ ਜਾਂ ਜਿਹੜੇ ਰਹਿ ਗਏ ਉਹਨਾਂ ਨੂੰ ਕਿਵੇਂ ਸਿਰੇ ਲਿਜਾਣਾ ਹੈ ਔਰ ਤੁਹਾਨੂੰ ਕਿਵੇਂ ਤਕੜੇ ਰੱਖਣਾ, ਮੇਰਾ ਇਹੀ ਇਕੱਲਾ ਏਜੰਡਾ ਹੈ। ਉਸ ਤੋਂ ਇਲਾਵਾ ਤੁਸੀਂ ਅੱਜ ਸਾਰੇ ਐਡੀ ਵੱਡੀ ਗਿਣਤੀ 'ਚ ਇੱਥੇ ਪਹੁੰਚੇ ਹੋ ਔਰ ਨਮ ਅੱਖਾਂ ਨਾਲ ਪਹੁੰਚੇ ਹੋ, ਪਿਆਰ ਕਰਕੇ ਪਹੁੰਚੇ ਹੋ, ਸਾਡੇ ਨਾਲ ਜਿਹੜੀ ਦਿਲੀ ਸਾਂਝ ਹੈ ਉਸ ਕਾਰਨ ਪਹੁੰਚੇ ਹੋ। ਬਹੁਤ ਵਾਰੀ ਗੱਲ ਕਰਦੇ ਹੋਏ ਹਰਮਨ ਜੀ ਤੇ ਮੈਂ ਭਾਵਕ ਵੀ ਹੋਏ, ਰੋਣਾ ਵੀ ਨਿਕਲਿਆ, ਪਰ ਤੁਹਾਡੇ ਚਿਹਰੇ ਵੇਖ ਕੇ ਸਾਰੇ ਦੁੱਖ ਭੁੱਲ ਗਏ। ਸਾਰੀ ਜਿਹੜੀ ਨਾਇਨਸਾਫੀ ਸ਼ਾਇਦ ਲੱਗਦੀ ਸੀ ਕਿ ਸਾਡੇ ਨਾਲ ਹੋਈ ਹੈ ਉਹ ਵੀ ਭੁੱਲ ਗਈ ਹੈ। ਮੈਂ ਤੁਹਾਨੂੰ ਜਿਵੇਂ ਹਰਮਨ ਜੀ ਨੇ ਯਕੀਨ ਦਵਾਇਆ, ਮੈਂ ਤੁਹਾਨੂੰ ਯਕੀਨ ਦਵਾਉਣੀ ਆ। 33 ਸਾਲ ਮੇਰੀ ਉਮਰ ਹੈ ਤੇ ਬਹੁਤ ਜਾਨ ਹੈ ਮੇਰੇ 'ਚ ਵੀ, ਮੇਰੇ ਘਰ ਵਾਲੇ 'ਚ ਵੀ। ਪਰਮਾਤਮਾ ਮੇਰ ਰੱਖੇ, ਪਰਮਾਤਮਾ ਨਾ ਦਬਾਏ, ਕਿਸੇ ਦੇ ਦਬਾਇਆ ਅਸੀਂ ਨਹੀਂ ਦਬਦੇ, ਨਾ ਕਿਸੇ ਨੂੰ ਆਪਣੇ ਨਾਲ ਦੇ ਨੂੰ ਦੱਬਣ ਦਈਏ। ਤੁਸੀਂ ਜਿਵੇਂ ਅੱਜ ਨਾਲ ਖੜੇ ਹੋ, ਨਾਲ ਖੜੋ ਤੇ ਜਿਵੇਂ ਹਰਮਨ ਜੀ ਨੇ ਕਿਹਾ, ਸਰਕਾਰ ਕਿਸੇ ਮਰਜ਼ੀ ਦੀ ਬਣੇ, ਤਾਕਤ ਕਿਸੇ ਦੀ ਮਰਜ਼ੀ ਦੀ ਝੋਲੀ ਜਾਵੇ। ਅੱਜ ਜਿੰਨੇ ਇੱਥੇ ਦਾਮਨ ਬਾਜਵਾ ਦਾ ਪਰਿਵਾਰ ਬੈਠਾ, ਅਸੀਂ ਤਾਂ ਪਾਵਰ 'ਚ ਹੀ ਰਵਾਂਗੇ। ਮੇਰਾ ਤੁਹਾਡੇ ਨਾਲ ਅੱਜ ਵਾਅਦਾ ਹੈ, ਮੀਡੀਆ ਦੇ ਸਾਹਮਣੇ, ਸਾਰੇ ਕੈਮਰਿਆਂ ਦੇ ਸਾਹਮਣੇ ਮੇਰਾ ਤੁਹਾਨੂੰ ਵਾਅਦਾ ਹੈ। ਮੈਨੂੰ ਕੁਛ ਮਰਜ਼ੀ ਦਾਅ ਲਾਣਾ ਪਏ, ਕੋਈ ਮਰਜ਼ੀ ਉਹਦਾ ਲੈਣਾ ਪਏ ਜਾਂ ਛੱਡਣਾ ਪਏ, ਕੁਛ ਮਰਜ਼ੀ ਕਰਨਾ ਪਏ, ਪਰ ਤੁਹਾਡੀ ਹੋਂਦ ਜਾਂ ਤੁਹਾਡੀ ਹਵਾ ਵੱਲ ਮੈਂ ਕਿਸੇ ਨੂੰ ਝਾਕਣ ਨਹੀਂ ਦਊਂਗੀ। ਅੱਜ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਇਸ ਮੰਚ ਤੋਂ।
ਜਮਾ ਨਹੀਂ ਡੋਲਦੀ, ਤੁਸੀਂ ਨਾ ਡੋਲਿਓ। ਜਿਹੜੀ ਭੈਣ ਦੇ ਨਾਲ ਇੰਨੇ ਉਹਦੇ ਵੀਰ ਤੇ ਉਹਦੇ ਪਿਓ ਖੜੇ ਹੋਣ, ਜਿਹੜੀ ਧੀ ਦੇ ਨਾਲ ਇੰਨੇ ਉਹਦੇ ਬਜ਼ੁਰਗ ਉਹਦੇ ਪਿਓ ਖੜੇ ਹੋਣ, ਉਸ ਧੀ ਨੂੰ ਕਿਸੇ ਤੋਂ ਡਰ ਨਹੀਂ ਲੱਗਦਾ। ਫਿਰ ਇਹ ਜੇ 20 ਆ ਜਾਣ, ਇਹਨਾਂ ਦੀਆਂ ਚੀਕਾਂ ਪੈਂਦੀਆਂ ਵੇਖਿਓ ਤੁਸੀਂ, ਤੇ ਚੀਕਾਂ ਵੀ ਐਸੀਆਂ ਕਢਾਵਾਂਗੇ, ਕਿਉਂਕਿ ਮੇਰੀ ਲੜਾਈ ਕਿਸੇ ਪਾਰਟੀ ਨਾਲ ਨਹੀਂ, ਮੇਰੀ ਲੜਾਈ ਕਿਸੇ ਸਿਸਟਮ ਨਾਲ ਨਹੀਂ, ਇਸੇ ਚੀਜ਼ ਨਾਲ ਲੜਾਈ ਹੈ ਕਿ ਲੀਡਰਾਂ ਦੇ ਜਵਾਕ ਸਾਡੇ ਵਰਗਿਆਂ ਤੋਂ ਉੱਪਰ ਕਿਵੇਂ ਆ ਜਾਂਦੇ। ਲੀਡਰਾਂ ਦੇ ਜਵਾਕ ਭਤੀਜੇ ਭੈਣਾਂ ਸਾਡੇ ਸਿਰ ਤੇ ਬਿਠਾਈਆਂ ਜਾਂਦੀਆਂ, ਇਹ ਚੀਜ਼ ਨਾ ਮਨਜ਼ੂਰ ਹੈ ਤੇ ਇਹਦੇ ਖਿਲਾਫ ਲੜਾਈ ਜਾਰੀ ਰਹੂਗੀ, ਭਾਵੇਂ ਕਿਸੇ ਹੱਦ ਤੱਕ ਲੜਨੀ ਪਏ। ਪਹਿਲੇ ਦਿਨੋਂ ਇਹੀ ਨਾਰਾ ਸੀਗਾ, ਆਮ ਘਰੋਂ ਆ, ਮਿਹਨਤ ਨਾਲ ਇੱਥੇ ਤੱਕ ਆਈਆਂ, ਤੇ ਅਖੀਰਲੇ ਦਿਨ ਤੱਕ ਇਹੀ ਨਾਰਾ ਹੋਊਗਾ। ਅੱਜ ਜਿੰਨੇ ਇੱਥੇ ਐਮਸੀ ਚੇਅਰਮੈਨ, ਜਿੰਨੇ ਅਹੁਦੇਦਾਰ ਬੈਠੇ ਨੇ, ਇਹ ਸਾਰੇ ਆਪਣੀ ਮਿਹਨਤ ਨਾਲ ਆਏ, ਕਿਸੇ ਦੀ ਸਿਫਾਰਿਸ਼ ਨਾਲ ਕੋਈ ਬਣਿਆ ਹੋਇਆ ਨਹੀਂ, ਭਾਵੇਂ ਕੋਈ ਸਰਪੰਚ ਹੈ। ਇੱਕ ਇੱਕ ਸਰਪੰਚ ਹਲਕਾ ਸੁਨਾਮ ਦਾ ਆਪਣੀ ਮਿਹਨਤ ਨਾਲ, ਆਪਣੀ ਮਸ਼ੱਕਤ ਨਾਲ ਇੱਥੇ ਇਸ ਅਹੁਦੇ ਤੇ ਬੈਠਾ ਹੈ। ਇਹ ਅਹੁਦਾ ਕਿਸੇ ਦੀ ਸਿਫਾਰਿਸ਼ ਨਾਲ ਕਿਸੇ ਨੇ ਨਹੀਂ ਲਿਆ ਹੋਇਆ, ਤੇ ਸਾਡੀ ਮਿਹਨਤ ਜਿਹੜੀ ਹੈਗੀ ਹੈ ਉਸ ਨੂੰ ਰੰਗ ਲਾਉਣ ਵਾਲਾ ਕੋਈ ਪਾਰਟੀ ਜਾਂ ਲੀਡਰ ਨਹੀਂ, ਉਸ ਨੂੰ ਰੰਗ ਲਾਉਣ ਵਾਲਾ ਅਕਾਲ ਪੁਰਖ ਹੈ, ਤੇ ਰੰਗ 100 ਪੈਸੇ ਲੱਗਣਗੇ, ਮੇਰੇ ਤੇ ਯਕੀਨ ਰੱਖਿਓ। ਇਹਨਾਂ ਵੀ ਕਹਿੰਦੇ ਹੋਏ ਮੈਨੂੰ ਪੁੱਛ ਰਹੇ ਏਜੰਡਾ ਕੀ ਹੈ, ਪ੍ਰੈਸ ਵਾਲੇ ਕਹਿੰਦੇ ਤੁਸੀਂ ਫਟਾਫਟ ਸਪੀਚ ਦੇ ਦਿਓ, ਇਹਨਾਂ ਨੇ ਚਲੇ ਜਾਣਾ ਹੈ। ਉਹ ਇਹ ਨਹੀਂ ਜਾਣਦੇ ਕਿ ਮੇਰੇ ਵੀਰ ਜਿਹੜੇ ਇੱਥੇ ਬੈਠੇ ਨੇ ਨਾ, ਇਹ ਕਿਤੇ ਨਹੀਂ ਜਾਂਦੇ, ਇਹ ਆਪਣੀ ਭੈਣ ਆਪਣੇ ਭਰਾ ਦੇ ਪਿਆਰ ਕਰਕੇ ਆਏ, ਸਾਡੇ ਪਰਿਵਾਰਕ ਮੈਂਬਰ ਨੇ। ਇਹ ਅੱਜ ਦੁਪਹਿਰ ਦੀ ਤੇ ਰਾਤ ਦੀ ਰੋਟੀ ਹੁਣੇ ਖਾ ਕੇ ਜਾਣਗੇ, ਕਿਤੇ ਨਹੀਂ ਇਹ ਜਾਂਦੇ। ਸੋ ਜੋ ਫੈਸਲਾ ਤੁਸੀਂ ਲਓਗੇ, ਭਾਵੇਂ ਹਾਈ ਕਮਾਂਡ ਨੂੰ ਦੁਬਾਰਾ ਕਹਿਣ ਦਾ ਹੈ, ਭਾਵੇਂ ਜੋ ਵੀ ਫੈਸਲਾ ਤੁਸੀਂ ਲਓਗੇ ਉਹ ਮੇਰੇ ਸਿਰ ਮੱਥੇ ਹੋਊਗਾ। ਤੁਹਾਡੇ ਕਹੇ ਤੋਂ ਔਰ ਤੁਹਾਡੇ ਤੋਂ ਪੁੱਛੇ ਬਗੈਰ 1 ਇੰਚ ਨਹੀਂ ਅਸੀਂ ਅੱਗੇ ਵੱਧਦੇ। ਇਹ ਇੰਨਾ ਮੈਂ ਤੁਹਾਨੂੰ ਯਕੀਨ ਦਿਵਾਉਣੀ ਆ, ਜੋ ਤੁਹਾਨੂੰ ਸਹੀ ਲੱਗੂਗਾ ਬਿਲਕੁਲ ਉਹੀ ਕਰਾਂਗੇ, ਪਰ ਤੁਹਾਡੇ ਪਿੱਛੇ ਜਾਨ ਦੇਣ ਤੱਕ ਜਾਊਂਗੀ, ਇਹ ਮੈਂ ਅੱਜ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ। ਜ਼ਿਆਦਾ ਸਮਾਂ ਨਹੀਂ ਲਊਂਗੀ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਇੱਥੇ ਪਹੁੰਚੇ ਹੋ। ਆਪਾਂ ਹੁਣ ਆਪਣੀ ਜਿਹੜੀ ਨਿੱਜੀ ਸਲਾਹ ਕਰਨੀ ਆ, ਆਪਸ ਵਿੱਚ ਜੋ ਰਾਏ ਬਣਾਉਣੀ ਹੈ ਉਹ ਆਪਾਂ ਕਰਾਂਗੇ। ਬਹੁਤ ਭਾਸ਼ਣਬਾਜ਼ੀ ਹੋਗੀ ਮਾਈਕ ਤੋਂ। ਇੱਕ ਮੇਰੇ ਭਰਾ ਜਗਦੀਪ ਜੀ ਨੇ ਆਪਣੀ ਗੱਲ ਰੱਖਣੀ ਹੈ, ਮੇਰੀ ਬੇਨਤੀ ਹੈ ਉਹਨਾਂ ਨੂੰ ਕਿ ਉਹ ਆ ਕੇ ਆਪਣੀ ਗੱਲ ਜ਼ਰੂਰ ਰੱਖਣ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ। ਪਰ ਸਭ ਤੋਂ ਪਹਿਲਾਂ ਤਾਂ ਵੀਰੋ ਮੇਰੀ ਤੁਹਾਨੂੰ ਬੇਨਤੀ ਹੈ, ਬਹਿ ਜਾਓ ਬਹਿ ਜਾਓ ਬਹਿ ਜਾਓ। ਜੇ ਤੁਸੀਂ ਦੂਰ ਖੜੇ ਹੋ ਨਾ, ਤੁਸੀਂ ਸਾਰੇ ਲਾਈਵ ਚੱਲ ਰਹੇ ਹੋ, ਲਾਈਵ ਜਿਹਨਾਂ ਨੂੰ ਟਿਕਟ ਮਿਲੀ ਉਹ ਵੀ ਦੇਖ ਰਹੇ ਨੇ ਵੀ ਕਿਹੜੇ ਕਿਹੜੇ ਚਿਹਰੇ ਆਏ ਨੇ ਇਦਾਂ ਕਰਕੇ। ਤੁਸੀਂ ਮਾੜਾ ਜਿਹਾ ਘੱਟ ਨੇੜੇ ਕਰੋ, ਪਤਾ ਤਾਂ ਲੱਗੇ ਕਿਸੇ ਨੂੰ ਵੀ ਆਪਾਂ ਆਏ ਹੋਏ ਆ। ਆ ਕੁਰਸੀਆਂ ਤੇ ਆ ਜਾਓ, ਮੇਰਾ ਵੀਰ ਬਣ ਕੇ ਕੁਰਸੀਆਂ ਤੇ ਬੈਠੋ। ਇੱਧਰ ਮੂਹਰੇ ਆ ਜਾਓ, ਤੁਸੀਂ ਮੂਹਰੇ ਮਰੀ ਤੁਸੀਂ ਇੱਧਰ ਆਓ। ਆ ਸਾਰੇ ਮੂਹਰੇ ਬੈਠੋ, ਭਰੋ ਇਹਨੂੰ ਪੰਡਾਲ ਨੂੰ। ਮੈਡਮ ਆ ਜਾਓ ਵੀਰ ਜੀ, ਹੈਲੋ ਭਾਈ ਆ ਜਾਓ, ਮੂਹਰੇ ਆ ਜਾਓ। ਅੱਜ ਭਾਈ ਮਾੜਾ ਕਿਉਂ ਜਿਹੜੇ ਬਾਹਰ ਖੜੇ ਨੇ ਉਹ ਵੀ ਅੰਦਰ ਆ ਜਾਣੀ। ਸਾਰੇ ਲੀਡਰ ਵੀ ਮੂਹਰੇ ਬੈਠੋ। ਬਾਹਰ ਨੂੰ ਕਿਉਂ ਅੰਦਰ ਆਓ? ਬਹਿ ਜਾਓ ਪਲੀਜ਼, ਬਹਿ ਜਾਓ ਬਹਿ ਜਾਓ। ਜਿਹੜਾ ਜਿੱਥੇ ਖੜਾ ਉੱਥੇ ਬੈਠੇ ਤਾਂ ਗੱਲ ਬਣੂਗੀ। ਤੁਸੀਂ ਨਵਦੀਪ ਮਾੜਾ ਮੈਨੇਜ ਕਰ ਲਓ, ਮੈਨੇਜ ਕਰ ਲਓ, ਮੈਨੇਜ ਕਰ। ਹੁਣ ਲੜਾਈ ਸ਼ੁਰੂ ਹੋ ਗਈ ਤੁਹਾਡੀ, ਉਹਦੇ ਹਿਸਾਬ ਨਾਲ ਲੜੀ ਦਾ ਹੁੰਦਾ। ਤੁਸੀਂ ਤਕੜੇ ਰਹੋ, ਅਸੀਂ ਤਾਂ ਤਕੜੇ ਬਣੇ। ਤੁਸੀਂ ਹਾਓ ਸੱਗੂ ਸਾਹਿਬ, ਬਸ ਠੀਕ ਹੈ।
ਮੈਡਮ ਤੁਸੀਂ ਇੱਕ ਮਿੰਟ ਹਾਂ ਲਾ ਲਓ 5 ਸਾਲ ਜਿਵੇਂ ਉਹਨਾਂ ਨੂੰ ਯਾਦ ਕਰ ਲੈਣ ਦੇ 2 ਮਿੰਟ 2 ਮਿੰਟ ਨਹੀਂ ਮਾੜਾ ਭਰਾ 2 ਮਿੰਟ ਖੜ ਜਾ 2 ਮਿੰਟ ਉੱਤਰ ਸਾਰਾ ਹਿੱਲ ਜਾਣਾ 2 ਮਿੰਟ